गुरु जी की साजी नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। सचे पातशाह गुरबाणी गुरु विच आपां नूं अपने जीवन की जो जांच है ये जांच सिखाउंदे। जदों हुण आपां संगत दे विच आउंदे हां, संगत करके गुरबाणी गुरु नूं पढ़ के विचार के सानूं इन्ना तां पता लग जांदा है कि सानूं ये जीवन मिले है तो एक दिन साडी मौत भी आउणी, साडा दिता होया समा ही खत्म होना। हुण जन्म तो लैके साडा ये जिहड़ा मौत तक दा जीवन दा साडा सफ़र है, फिर आपां ये पुछना हुंदा है वाहिगुरू 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 वाहिगुरू। महाराज सच्चे पातशाह आपां नूं समझाउंदे भी इन्ना तो सानूं भेत लग गया है बई सानूं जीवन मिले है तो एक दिन साडा समा खत्म हो जाना। पर ये जिहड़ा साडा जन्म तो लैके मौत तक जीवन का सफ़र है, आपां ये पुछदे हैं भी सानूं फिर ये दसो भी ये असीं जिहड़ा जीवन है किवें बतीत करिए ताकि इत्थे भी साडा मन सुखी रह सके ਅਤੇ जो साडा अग्गा है असीं वो भी सवार लीए, दोबारा सानूं वापस ना आउणा पवे। महाराज सच्चे पातशाह फिर आपां नूं समझाउंदे मत विच जीवन मरण होर कैसा जा जीवां ता जुगत नहीं। भी जे सानूं जिउण दी जुगत ही नहीं आउंदी, असीं सतगुरां कोई जीवन की जांच नहीं सीखी,
ਫਿਰ ਸਾਡਾ ਜਿਹੜਾ ਜੀਵਨ ਹੈ ਉਹ ਦੁੱਖਾਂ ਵਿੱਚ ਬਤੀਤ ਹੁੰਦਾ ਹੈ। ਸਾਡੇ ਮਨ 'ਚ ਕਲੇਸ਼, ਸਾਡੇ ਤਨ 'ਚ ਕਲੇਸ਼, ਫਿਰ ਸਾਡੇ ਪਰਿਵਾਰਾਂ ਦੇ ਵਿੱਚ ਕਲੇਸ਼, ਲੜਾਈਆਂ ਝਗੜੇ, ਬੈਰ ਵਿਰੋਧ, ਈਰਖਾ, ਨਫ਼ਰਤ, ਫਿਰ ਇਹ ਸਾਰਾ ਕੁਝ ਚੱਲਦਾ ਹੈ। ਜੇ ਅਸੀਂ ਹੁਣ ਇਹ ਜੀਵਨ ਦੀ ਜਾਚ ਸਿੱਖ ਲਾਂਗੇ ਫਿਰ ਆਪਣਾ ਜੀਵਨ ਬੜਾ ਸੌਖਾ ਹੋ ਜਾਂਦਾ ਹੈ, ਸੁਖੀ ਹੋ ਜਾਂਦਾ ਹੈ। ਇਸ ਵਾਸਤੇ ਸਤਿਗੁਰੂ ਗੁਰਬਾਣੀ ਗੁਰੂ ਵਿੱਚ ਆਪਾਂ ਨੂੰ ਫਿਰ ਇਹ ਆਪਣੇ ਜੀਵਨ ਦੀ ਜਾਚ ਸਿਖਾਉਂਦੇ। ਜਿਨ੍ਹਾਂ ਨੇ ਸਤ ਸੰਗਤ ਕੀਤੀ, ਜਿਨ੍ਹਾਂ ਨੇ ਗੁਰੂ ਦੀ ਮੱਤ ਲਈ, ਜਿਨ੍ਹਾਂ ਨੇ ਇਹ ਜੀਵਨ ਦੀ ਜਾਚ ਸਿੱਖ ਲਈ, ਉਹਨਾਂ ਦਾ ਜਿਹੜਾ ਜੀਵਨ ਉਹ ਬੜਾ ਸੌਖਾ ਹੋ ਗਿਆ। ਫਿਰ ਉਹ ਇੱਥੇ ਵੀ ਸੁਖੀ ਨੇ ਅਤੇ ਉਹ ਆਪਦਾ ਘਰ ਜਦੋਂ ਜਾਂਦੇ ਨੇ ਉੱਥੇ ਘਰ ਦੇ ਵਿੱਚ ਤਾਂ ਸੁੱਖ ਹੈਗਾ ਹੀ ਹੈਗਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਰੋਜ਼ ਦੀ ਰੋਜ਼ ਦਾ ਖੇਲ ਹੈ। ਸਵੇਰੇ ਆਪਾਂ ਇਸ ਲੋਕ ਦੇ ਵਿੱਚ ਆਉਂਦੇ ਹਾਂ, ਇੱਥੇ ਆ ਕੇ ਸਾਡਾ ਮਨ ਖੇਲਦਾ ਤਰਲੋਕੀ ਦੇ ਵਿੱਚ ਵਿਚਾਰਾਂ 'ਚ। ਜਦੋਂ ਰਾਤ ਪੈਂਦੀ ਹੈ ਅਸੀਂ ਇਸ ਲੋਕ ਨੂੰ ਛੱਡ ਕੇ ਵਾਪਸ ਆਪਦੇ ਘਰ, ਆਪਦੇ ਦੇਸ਼ ਨੂੰ ਜਾਣਾ ਹੁੰਦਾ। ਹੁਣ ਇਹ ਸਾਨੂੰ ਫਿਰ ਸਾਡੇ ਜੀਵਨ ਦੀ ਜਾਚ ਵਿੱਚ ਸਿਖਾਇਆ ਜਾਂਦਾ ਅਤੇ ਇਹ ਆਪਾਂ ਨੂੰ ਸਮਝਾਉਂਦੇ ਰੋਜ਼ ਗੁਰੂ ਨਾਨਕ ਦੇਵ ਜੀ ਬਈ ਇਹ ਇੱਕ ਖੇਲ ਹੈ। ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ। ਹੁਣ ਜੇ ਅਸੀਂ ਇਹ ਖੇਲ ਨੂੰ ਨਹੀਂ ਸਮਝੇ ਫਿਰ ਅਸੀਂ ਇਹ ਖੇਲ ਦੇ ਵਿੱਚ ਇੰਨਾ ਇੱਧਰ ਰਚਿਤ ਹੋ ਜਾਂਦੇ, ਇੰਨਾ ਅਸੀਂ ਇਹ ਖੇਲ ਦੇ ਵਿੱਚ ਖੁੱਭ ਜਾਂਦੇ ਹਾਂ ਕਿ ਵਾਪਸ ਜਾਣ ਦਾ, ਸਾਨੂੰ ਆਪਦੇ ਘਰ ਜਾਣ ਦਾ ਚੇਤਾ ਹੀ ਭੁੱਲ ਜਾਂਦਾ। ਸਾਨੂੰ ਉਹ ਰਸਤਾ ਹੀ ਭੁੱਲ ਜਾਂਦਾ ਕਿ ਅਸੀਂ ਇੱਥੇ ਆਏ ਹਾਂ, ਕੁਝ ਸਮੇਂ ਵਾਸਤੇ ਆਏ ਹਾਂ, ਇੱਥੋਂ ਅਸੀਂ ਵਾਪਸ ਵੀ ਜਾਣਾ। ਜਿਵੇਂ ਆਪਾਂ ਦੇਖਦੇ ਹਾਂ ਸੰਸਾਰ 'ਚ ਬੱਚੇ ਹੁੰਦੇ ਖੇਲਣ ਵਾਸਤੇ ਘਰ ਤੋਂ ਬਾਹਰ ਚਲੇ ਜਾਂਦੇ, ਖੇਲਦੇ ਖੇਲਦੇ ਉਹ ਖੇਲ 'ਚ ਇੰਨਾ ਮਗਨ ਹੋ ਜਾਂਦੇ ਕਈ ਵਾਰ ਉਹ ਘਰ ਆਉਣਾ ਹੀ ਭੁੱਲ ਜਾਂਦੇ, ਆਪਣੇ ਮਾਤਾ ਪਿਤਾ ਨੂੰ ਵੀ ਭੁੱਲ ਜਾਂਦੇ, ਘਰ ਵੀ ਆਉਣਾ ਭੁੱਲ ਜਾਂਦੇ, ਖਾਣਾ ਪੀਣਾ ਵੀ ਭੁੱਲ ਜਾਂਦੇ। ਇਸੇ ਤਰ੍ਹਾਂ ਹੀ ਫਿਰ ਜਿਵੇਂ ਮਾਤਾ ਪਿਤਾ ਜਾਂ ਲੈਣ ਜਾਂਦੇ ਜਾਂ ਸੁਨੇਹਾ ਭੇਜਦੇ ਵੀ ਘਰ ਆਓ ਵਾਪਸ, ਇਸੇ ਤਰ੍ਹਾਂ ਹੀ ਹੁਣ ਜਦੋਂ ਸਾਡਾ ਮਨ ਇਸ ਲੋਕ ਵਿੱਚ ਆਉਂਦਾ ਹੈ, ਇਸ ਖੇਲ ਦੇ ਵਿੱਚ ਅਸੀਂ ਇੰਨਾ ਖੇਲ 'ਚ ਮਗਨ ਹੋ ਗਏ, ਇੰਨਾ ਅਸੀਂ ਭੁੱਲ ਗਏ ਵੀ ਆਪਦੇ ਮਾਤਾ ਪਿਤਾ ਨੂੰ ਵੀ ਭੁੱਲ ਗਏ ਜਿਹਨੇ ਭੇਜੇ ਆ। ਜੋ ਸਾਡੇ ਮਨ ਦੀ ਖੁਰਾਕ ਸੀ ਉਹ ਅਸੀਂ ਖਾਣਾ ਪੀਣਾ ਵੀ ਭੁੱਲ ਗਏ। ਜਾਣੀ ਕਿ ਸਾਰਾ ਕੁਛ ਹੀ ਸਾਨੂੰ ਜਦੋਂ ਭੁੱਲ ਜਾਂਦਾ ਫਿਰ ਮਾਲਕ ਸੰਦੇਸ਼ਾ ਭੇਜਦਾ ਗੁਰਮੁਖਾਂ ਕੋਲ, ਸੰਤਾਂ ਸਾਧੂਆਂ ਕੋਲ, ਬਈ ਬੱਚੇ ਗਏ ਸੀ ਖੇਲਣ ਵਾਸਤੇ, ਖੇਲ ਦੇ ਵਿੱਚ ਇੰਨਾ ਉੱਥੇ ਰੁੱਝ ਗਏ ਨੇ ਵੀ ਮੈਨੂੰ ਹੀ ਭੁੱਲ ਗਏ, ਘਰ ਆਉਣਾ ਵੀ ਭੁੱਲ ਗਏ ਵਾਪਸ। ਬਈ ਉਹਨਾਂ ਨੂੰ ਜਾ ਕੇ ਸੁਨੇਹਾ ਦਿਓ ਵੀ ਘਰ ਵਾਪਸ ਆਓ। ਫਿਰ ਉਹ ਗੁਰਮੁਖ ਆ ਕੇ ਆਪਾਂ ਨੂੰ ਇਹ ਖੇਲ ਦੀ ਬਾਗਵੀਤ ਕਰਾਉਂਦੇ, ਫਿਰ ਆਪਾਂ ਨੂੰ ਦੱਸਦੇ ਬਈ ਆਪਾਂ ਇਸ ਲੋਕ ਦੇ ਵਾਸੀ ਨਹੀਂ, ਆਪਾਂ ਪਰਲੋਕ ਦੇ ਰਹਿਣ ਵਾਲੇ ਹਾਂ। ਇੱਧਰ ਆਏ ਹਾਂ ਖੇਲਣ ਵਾਸਤੇ ਕੁਝ ਸਮੇਂ ਵਾਸਤੇ ਅਤੇ ਘਰ ਵਾਪਸ ਜਾਣਾ। ਹੁਣ ਜਿਹੜਾ ਅਸੀਂ ਫਿਰ ਘਰ ਨੂੰ ਜਾਣ ਦਾ ਰਾਹ ਭੁੱਲ ਗਏ, ਰਸਤਾ ਭੁੱਲ ਗਏ, ਉਹ ਰਸਤਾ ਫਿਰ ਆਪ ਕੇ ਆਪਾਂ ਨੂੰ ਗੁਰਮੁਖ ਦੱਸਦੇ। ਜਿਸ ਵਰਤਾਏ ਮਾਰੇ ਫਰਮਾਉਂਦੇ, ਪੰਥਾ ਪ੍ਰੇਮ ਨਾ ਜਾਣੀ ਭੂਲੀ ਫਿਰੇ ਗਵਾਰ। ਬਈ ਜਿਹੜਾ ਪੰਥ ਸਾਡੇ ਘਰ ਨੂੰ ਜਾਂਦਾ ਸੀ ਵਾਪਸ, ਜਿਹਦੇ 'ਤੇ ਅਸੀਂ ਚੱਲ ਕੇ ਘਰ ਨੂੰ, ਦੇਸ਼ ਨੂੰ ਵਾਪਸ ਮੁੜਨਾ ਸੀ, ਉਹ ਅਸੀਂ ਪੰਥ ਭੁੱਲ ਗਏ, ਉਹ ਰਾਹ ਭੁੱਲ ਗਏ ਅਤੇ ਇੱਧਰ ਹੀ ਖੇਡਣਾ ਸ਼ੁਰੂ ਕਰ ਦਿੱਤਾ ਇਹਨਾਂ ਦੇ ਨਾਲ। ਇੱਧਰ ਹੀ ਖੇਡੀ ਜਾਂਦੇ ਆ ਵਿਚਾਰਾਂ ਦੇ ਵਿੱਚ, ਫੁਰਨਿਆਂ ਦੇ ਵਿੱਚ। ਫਿਰ ਆਪਾਂ ਨੂੰ ਸਮਝਾਉਂਦੇ ਵੀ ਤੁਸੀਂ ਵਾਪਸ ਆਵੋ, ਅਤੇ ਫਿਰ ਉਹ ਗੁਰਮੁਖ ਆਪਾਂ ਨੂੰ ਇਹ ਪੰਥ ਬਾਰੇ, ਇਸ ਰਾਹ ਬਾਰੇ ਦੱਸਦੇ।
ਹੁਣ ਗੁਰਬਾਣੀ ਗੁਰੂ ਵਿੱਚ ਫਿਰ ਆਪਾਂ ਨੂੰ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਗੁਰਸਿੱਖਾਂ ਸਾਧੂ ਜਨਾਂ ਨੇ ਇਹ ਜੋ ਮੁੜ ਮੁੜ ਕੇ ਆਪਾਂ ਨੂੰ ਇਸ ਪੰਥ ਬਾਰੇ ਦੱਸਿਆ ਬਈ ਤੁਸੀਂ ਇਸ ਪੰਥ 'ਤੇ ਚੱਲ ਕੇ ਲਿਖਦੇ ਰਸਤੇ 'ਤੇ ਤੁਸੀਂ ਆਪਣੇ ਘਰ ਵਾਪਸ ਆਓ। ਫਿਰ ਆਪਾਂ ਨੂੰ ਨਾਲ ਨਾਲ ਇਹ ਰਸਤੇ ਦਾ ਭੇਦ ਦੇ ਕੇ ਫਿਰ ਆਪਾਂ ਨੂੰ ਦੱਸਦੇ ਵੀ ਇਹ ਸੰਸਾਰ ਦੇ ਵਿੱਚ ਅਸੀਂ ਕਿਵੇਂ ਖੇਲ ਖੇਲਣ, ਤਾਂ ਕਿ ਅਸੀਂ ਇਸ ਖੇਲ ਨੂੰ ਇੱਥੋਂ ਜਿੱਤ ਕੇ ਜਾਈਏ, ਅਸੀਂ ਹਾਰੀਏ ਨਾ। ਫਿਰ ਜਦੋਂ ਆਪਾਂ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆਉਂਦੇ ਹਾਂ, ਆਪਣੇ 'ਤੇ ਮਾਲਕ ਕਿਰਪਾ ਕਰਕੇ ਆਪਾਂ ਨੂੰ ਸਤ ਸੰਗਤ ਮਿਲਾਉਂਦੇ, ਫਿਰ ਆਪਾਂ ਨੂੰ ਇਸ ਖੇਲ ਦੀ ਬਾਗਵੀਤ ਹੁੰਦੀ ਅਤੇ ਫਿਰ ਸਾਨੂੰ ਇਹ ਜਿੱਤ ਅਤੇ ਹਾਰ ਦਾ ਪਤਾ ਲੱਗਦਾ ਕਿ ਅਸੀਂ ਇਸ ਖੇਲ ਨੂੰ ਕਿਵੇਂ ਹਾਰਦੇ ਹਾਂ ਅਤੇ ਕਿਵੇਂ ਹੁਣ ਅਸੀਂ ਇਹ ਖੇਲ ਨੂੰ ਜਿੱਤ ਸਕਦੇ ਹਾਂ ਗੁਰੂ ਦੀ ਮੱਤ ਲੈ ਕੇ। ਫਿਰ ਜਦੋਂ ਆਪਾਂ ਨੂੰ ਇਹ ਖੇਲ ਦੀ ਜਾਣਕਾਰੀ ਹੁੰਦੀ, ਭੇਤ ਆਉਂਦਾ, ਫਿਰ ਹੀ ਆਪਾਂ ਨੂੰ ਇਹ ਮਾਨਸ ਜਾਮੇ ਦੀ ਕੀਮਤ ਦਾ ਪਤਾ ਲੱਗਦਾ, ਇਹਦੀ ਕਦਰ ਹੁੰਦੀ ਕਿ ਇਹ ਜਿਹੜਾ ਮਾਨਸ ਜਾਮਾ ਸਾਨੂੰ ਮਿਲਿਆ ਬੜਾ ਵਡਮੁੱਲਾ, ਬੜਾ ਕੀਮਤੀ ਹੈ। ਅਤੇ ਮਹਾਰਾਜ ਆਪਾਂ ਨੂੰ ਫਰਮਾਉਂਦੇ, ਕਰ ਕਿਰਪਾ ਜੋ ਸਤਿਗੁਰ ਮਿਲਿਓ, ਮਨ ਮੰਦਰ ਮੇਂ ਦੀਪਕ ਜਲਿਓ, ਜੀਤ ਹਾਰ ਕੀ ਸੋਝੀ ਕਰੀ, ਤੋ ਇਸ ਘਰ ਕੀ ਕੀਮਤ ਭਰੀ। ਬਈ ਫਿਰ ਆਪਾਂ ਨੂੰ ਸਮਝਾਉਂਦੇ ਵੀ ਅਸੀਂ ਇਹ ਖੇਲ ਨੂੰ ਕਿਵੇਂ ਜਿੱਤਣਾ ਅਤੇ ਕਿਵੇਂ ਅਸੀਂ ਹਾਰਦੇ ਹਾਂ। ਆਪਾਂ ਨੂੰ ਦੱਸਦੇ ਵੀ ਜਿਹੜਾ ਇਹ ਸਾਡਾ ਪਰਿਵਾਰ ਹੈ, ਸਾਡੇ ਸੰਜੋਗੀ ਪਿਛਲੇ ਜਨਮਾਂ ਦੇ ਆਪਾਂ ਇਕੱਠੇ ਹੋਏ, ਮਾਤਾ ਪਿਤਾ, ਭੈਣ ਭਰਾ, ਧੀਆਂ ਪੁੱਤਰ, ਇਹ ਸਭ ਅਸੀਂ ਪਿਛਲੇ ਜਨਮਾਂ ਦੇ ਸੰਜੋਗੀ ਹਾਂ ਅਤੇ ਇੱਕ ਟੀਮ ਬਣਾਈ ਹੈ ਖੇਲਣ ਵਾਸਤੇ। ਹੁਣ ਇਹ ਟੀਮ ਜਿਹੜੀ ਬਣਾਈ ਵੀ ਤਾਂ ਕਿ ਅਸੀਂ ਇਕੱਠੇ ਰਲ ਕੇ ਖੇਲੀਏ ਅਤੇ ਖੇਲ ਕੇ ਜਿਹੜੀ ਵਿਰੋਧੀ ਟੀਮ ਹੈ, ਜਿਹੜੇ ਵਿੱਚ ਇਹ ਕਾਮ, ਕ੍ਰੋਧ, ਲੋਭ, ਹੰਕਾਰ ਨੇ, ਕਿ ਅਸੀਂ ਇਹਨਾਂ ਦਾ ਬਲ ਜਿਹੜਾ ਬਲ ਤੋੜ ਸਕੀਏ ਅਤੇ ਅਸੀਂ ਰਲ ਕੇ ਖੇਡ ਕੇ ਇਹਨਾਂ 'ਤੇ ਜਿੱਤ ਪ੍ਰਾਪਤ ਕਰ ਸਕੀਏ। ਹੁਣ ਇਹ ਜਿਹੜੇ ਪੰਜ ਨੇ ਕੀ ਕਰਦੇ, ਫਿਰ ਸਾਡੀ ਜਿਹੜੀ ਟੀਮ ਹੈ ਇਹ ਟੀਮ ਦੇ ਵਿੱਚ ਹੀ ਫੁੱਟ ਪਾ ਦਿੰਦੇ, ਸਾਨੂੰ ਆਪਸ ਵਿੱਚ ਹੀ ਲੜਾ ਦਿੰਦੇ, ਲੜਾ ਕੇ ਸਾਡੇ ਅੰਦਰ ਇੱਕ ਦੂਸਰੇ ਪ੍ਰਤੀ ਦੌੜਦਾ, ਵੈਰ ਵਿਰੋਧ, ਈਰਖਾ, ਨਫ਼ਰਤ ਪੈਦਾ ਕਰ ਦਿੰਦੇ। ਫਿਰ ਅਸੀਂ ਆਪਦੀ ਟੀਮ ਦੇ ਖਿਲਾਫ ਹੀ ਖੇਡਣਾ ਸ਼ੁਰੂ ਕਰ ਦਿੰਦੇ ਹਾਂ। ਇਹਨਾਂ ਦੇ ਨਾਲ ਸਾਡਾ ਮਨ ਰਲ ਕੇ ਫਿਰ ਆਪਦੇ ਮੈਂਬਰਾਂ ਦੇ ਟੀਮ ਦੇ ਖਿਲਾਫ ਹੀ ਉਹ ਖੇਡਣਾ ਸ਼ੁਰੂ ਕਰ ਦਿੰਦਾ। ਫਿਰ ਅਸੀਂ ਇਹ ਜੀਵਨ ਦੀ ਬਾਜੀ ਨੂੰ ਹਾਰਦੇ। ਜਦੋਂ ਅਸੀਂ ਦੌੜਾਂ 'ਚ ਵੰਡੇ ਜਾਂਦੇ ਹਾਂ, ਵੈਰ ਵਿਰੋਧ 'ਚ ਚਲੇ ਜਾਂਦੇ ਹਾਂ, ਫਿਰ ਅਸੀਂ ਇਹਨਾਂ ਤੋਂ ਜਿੱਤ ਨਹੀਂ ਸਕਦੇ, ਫਿਰ ਅਸੀਂ ਇੱਥੋਂ ਹਾਰ ਕੇ ਹੀ ਜਾਂਦੇ। ਇਸ ਲਈ ਮਹਾਰਾਜ ਕਹਿੰਦੇ, ਜਨਮ ਪਦਾਰਥ ਦੌਦਾ ਖੋਵੇ, ਆਪ ਨਾ ਚੀਨਸ ਭਰਮ ਭਰਮ ਰੋਵੇ। ਜਦੋਂ ਅਸੀਂ ਵੈਰ ਵਿਰੋਧ 'ਚ ਚਲੇ ਗਏ, ਦੌਦਾ 'ਚ ਚਲੇ ਗਏ, ਫਿਰ ਅਸੀਂ ਆਪਣਾ ਸੋਚਣਾ, ਉਹਦੇ ਬਾਰੇ ਸੋਚਣਾ ਬੰਦ ਕਰ ਦਿੰਦੇ। ਫਿਰ ਅਸੀਂ ਦੂਸਰਿਆਂ ਬਾਰੇ ਸੋਚੀ ਜਾਂਦੇ ਹਾਂ, ਜਿਹਦੇ ਨਾਲ ਦੌਦਾ ਹੈ, ਜਿਹਦੇ ਨਾਲ ਵੈਰ ਵਿਰੋਧ ਹੈ, ਅਸੀਂ ਉਹਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ ਹਾਂ। ਉਹਦੇ ਨਾਲ ਈਰਖਾ, ਨਫ਼ਰਤ ਕਰਦੇ, ਜਿੱਥੇ ਮੌਕਾ ਮਿਲਦਾ ਉੱਥੇ ਹੀ ਉਹਦੀ ਨਿੰਦਿਆ ਸ਼ੁਰੂ ਕਰ ਦਿੰਦੇ ਹਾਂ। ਫਿਰ ਅਸੀਂ ਇਹ ਜੀਵਨ ਦੀ ਬਾਜੀ ਨੂੰ ਜਿੱਤ ਨਹੀਂ ਸਕਦੇ, ਫਿਰ ਅਸੀਂ ਹਾਰਦੇ ਹੀ ਹਾਰਦੇ ਹਾਂ। ਸੋ ਆਪਾਂ ਨੂੰ ਫਿਰ ਸਮਝਾਉਂਦੇ ਵੀ ਸਾਨੂੰ ਹਰਾਉਣ ਦਾ ਇਹਨਾਂ ਦਾ ਇਹ ਤਰੀਕਾ ਹੈ। ਇਹ ਸਾਡੀ ਟੀਮ ਨੂੰ ਧੜਿਆਂ 'ਚ ਵੰਡ ਦਿੰਦੇ ਅਤੇ ਸੰਸਾਰ ਦੇ ਵਿੱਚ ਇਹਨਾਂ ਨੇ ਫਿਰ ਸਾਰਿਆਂ ਨੂੰ ਧੜਿਆਂ 'ਚ ਵੰਡਿਆ ਹੋਇਆ ਹੈ। ਇੱਕ ਪਰਿਵਾਰ ਤੋਂ ਲੈ ਕੇ ਸਾਰੇ ਸਮਾਜ ਦੇ ਵਿੱਚ, ਜਿਵੇਂ ਇੱਕ ਪਰਿਵਾਰ 'ਚ ਭਰਾ ਭਰਾ ਨੂੰ ਆਪਸ ਵਿੱਚ ਲੜਾ ਦਿੰਦੇ, ਪਿਓ ਪੁੱਤ ਉਹ ਲੜ ਪੈਂਦੇ, ਹੋਰ ਸੰਗੀ ਸਾਥੀ ਜਿਵੇਂ ਨੂੰਹ ਸੱਸ ਉਹ ਲੜ ਪੈਂਦੀਆਂ, ਜਾਣੀ ਕਿ ਸਾਰਿਆਂ ਨੂੰ ਇਹਨਾਂ ਨੇ ਧੜਿਆਂ ਦੇ ਵਿੱਚ ਵੰਡਿਆ ਹੋਇਆ ਹੈ। ਇਸ ਲਈ ਮਹਾਰਾਜ ਸਾਨੂੰ ਦੱਸਦੇ
किस ही धड़ा किया मित्र सुत भाई, किस ही धड़ा किया कुड़म सके नाल जवाई। भी इस तरह ही धड़ियां 'ਚ ਵੰਡ ਦਿੰਦੇ, ਜਿਵੇਂ ਕੁੜਮ ਉਹਨਾਂ ਦਾ ਧੜਾ ਬਣ ਜਾਂਦਾ, ਉਹ ਆਪਸ ਵਿੱਚ ਵੈਰ ਵਿਰੋਧ ਸ਼ੁਰੂ ਕਰ ਲੈਂਦੇ। ਕਿਸੇ ਸਹੁਰੇ ਦੇ ਨਾਲ ਜਵਾਈ ਦਾ ਧੜਾ ਬਣਾ ਦਿੱਤਾ, ਉਹਨਾਂ ਦੀ ਆਪਸ ਵਿੱਚ ਨਹੀਂ ਬਣਦੀ, ਉਹ ਇੱਕ ਦੂਸਰੇ ਨਾਲ ਵੈਰ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ। ਕਿਤੇ ਇਹਨਾਂ ਨੇ ਭਰਾ ਨੂੰ ਆਪਸ ਵਿੱਚ ਲੜਾ ਦਿੱਤਾ, ਕਿਤੇ ਹੋਰ ਸੰਗੀਆਂ ਸਾਥੀਆਂ ਨੂੰ, ਜਾਣੀ ਦੀ ਸਾਰਿਆਂ ਨੂੰ ਇਹ ਧੜਿਆਂ 'ਚ ਵੰਡ ਦਿੰਦੇ, ਪਾਲਟੀ ਬਾਜੀ 'ਚ ਵੰਡ ਦਿੰਦੇ। ਫਿਰ ਜਦੋਂ ਅਸੀਂ ਧੜਿਆਂ 'ਚ ਵੰਡੇ ਜਾਂਦੇ, ਫਿਰ ਅਸੀਂ ਜੀਵਨ ਦੀ ਬਾਜੀ ਨੂੰ ਹਾਰਦੇ ਹਾਂ। ਫਿਰ ਅਸੀਂ ਜਿਹਦੇ ਨਾਲ ਅਸੀਂ ਧੜਾ ਬਣਾਇਆ ਉਹਦੀ ਅਸੀਂ ਔਸਤ ਵਡਿਆਈ ਕਰਦੇ ਹਾਂ, ਅਤੇ ਜਿਹਦੇ ਨਾਲ ਸਾਡਾ ਵੈਰ ਵਿਰੋਧ ਹੈ ਉਹਦੀ ਅਸੀਂ ਨਿੰਦੇ ਆ, ਉਹਦੇ ਨਾਲ ਈਰਖਾ ਨਫ਼ਰਤ, ਅਤੇ ਉਹਨੂੰ ਅਸੀਂ ਨੀਵਾਂ ਦਿਖਾਉਂਦੇ। ਅਤੇ ਇਸ ਵਾਸਤੇ 'ਚ ਫਿਰ ਮਹਾਰਾਜ ਦੱਸਦੇ ਵੀ ਇਹਨਾਂ ਨੇ ਸਾਰਿਆਂ ਨੂੰ ਧੜਿਆਂ ਵਿੱਚ ਵੰਡ ਦਿੱਤਾ, ਅਤੇ ਸਾਰੇ ਹੀ ਫਿਰ ਇੱਕ ਦੂਸਰੇ ਦੇ ਨਾਲ ਲੜਾਈਆਂ ਝਗੜੇ ਕੀਤੀ ਜਾਂਦੇ। ਅਤੇ ਮਹਾਰਾਜ ਫਰਮਾਉਂਦੇ ਕਲ ਯੁਗ ਮੇ ਧੜੇ ਪੰਜ ਚੋਰ ਝਗੜਾਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਈ। ਵੀ ਇਹਨਾਂ ਨੇ ਸਾਡੇ ਅੰਦਰ ਇੰਨਾ ਅਭਿਮਾਨ ਭਰ ਦੇਣਾ ਵੀ ਅਸੀਂ ਵੀ ਚੰਗੇ ਹਾਂ, ਦੂਜੇ ਤਾਂ ਮਾੜੇ ਹੀ ਮਾੜੇ ਨੇ, ਦੂਸਰਿਆਂ ਦੀ ਨਿੰਦੇ ਆ, ਦੂਸਰਿਆਂ ਦੇ ਨਾਲ ਈਰਖਾ ਨਫ਼ਰਤ, ਅਤੇ ਹਰ ਇੱਕ ਜੀਵ ਦੇ ਅੰਦਰ ਇਹ ਚੀਜ਼ ਭਰ ਦਿੰਦੇ। ਜਦੋਂ ਸਾਰੇ ਆਪਦੇ ਆਪ ਨੂੰ ਐਸਾ ਸਮਝਣ ਲੱਗ ਜਾਣ, ਫਿਰ ਉਹ ਦੂਸਰਿਆਂ ਦੀ ਨਿੰਦਿਆ ਸ਼ੁਰੂ ਕਰ ਦਿੰਦੇ, ਇੱਕ ਦੂਸਰੇ ਦੀ, ਇੱਕ ਦੂਸਰੇ ਦੇ ਨਾਲ ਹੀ ਕਲੇਸ਼ ਪਾ ਲੈਂਦੇ ਨੇ। ਸੋ ਐਸੀ ਅਵਸਥਾ 'ਚ ਫਿਰ ਮਹਾਰਾਜ ਆਪਾਂ ਨੂੰ ਸਮਝਾਉਂਦੇ ਵੀ ਜੇ ਇਹਨਾਂ ਨੇ ਸਾਡੇ ਅੰਦਰ ਦੁਬਦਾ ਭਰ ਦਿੱਤੀ, ਜੇ ਇਹਨਾਂ ਨੇ ਸਾਨੂੰ ਧੜਿਆਂ ਦੇ ਵਿੱਚ ਵੰਡ ਵੀ ਦਿੱਤਾ ਹੈ, ਫਿਰ ਅਸੀਂ ਇਸ ਦੁਬਦਾ ਨੂੰ ਖਤਮ ਕਰ ਸਕਦੇ ਹਾਂ ਜੇ ਅਸੀਂ ਸਾਰੇ ਮਿਲ ਕੇ ਸਿਮਰਨ ਕਰੀਏ ਤਾਂ। ਜਿਵੇਂ ਹੁਣ ਆਪਾਂ ਸਾਰੇ ਸੰਗਤ ਰੂਪ ਦੇ ਵਿੱਚ ਇਕੱਠੇ ਹੁੰਦੇ ਹਾਂ, ਇੱਕ ਪਰਿਵਾਰ ਰੂਪ ਵਿੱਚ ਸਾਰੇ ਮਿਲ ਕੇ ਆਪਾਂ ਇਹ ਸਿਮਰਨ ਅਭਿਆਸ ਕਰਦੇ ਹਾਂ। ਜਦੋਂ ਆਪਾਂ ਸਿਮਰਨ ਕਰਦੇ ਹਾਂ, ਜਿਹੜੀ ਸਾਡੇ ਮਨਾਂ 'ਚ ਦੁਬਦਾ ਪਈ ਹੁੰਦੀ ਹੈ, ਫਿਰ ਇਹ ਦੁਬਦਾ ਖਤਮ ਹੋ ਜਾਂਦੀ ਹੈ। ਮਾਰੇ ਫਰਮਾਉਂਦੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੀ ਹੋਵੋ ਜੋੜੀ, ਗੁਰਮੁਖ ਬੈਸੋ ਸਭਾ ਵਿਛਾਏ। ਐਨ ਵਿਦ ਪਾਸਾ ਢਾਲੋ ਵੀਰ, ਗੁਰਮੁਖ ਨਾਮ ਜਪੋ ਦਿਨ ਰਾਤੀ, ਅੰਤ ਕਾਲ ਨਾ ਲਾਗੇ ਪੀਰ। ਬਈ ਜੇ ਹੁਣ ਅਸੀਂ ਇਹ ਪਾਸਾ ਢਾਲ ਦਈਏ, ਇੱਧਰ ਪਹਿਲਾਂ ਅਸੀਂ ਪਾਸਾ ਕੀਤਾ ਹੋਇਆ ਵੈਰ ਵਿਰੋਧ ਵਾਲਾ, ਈਰਖਾ ਨਫ਼ਰਤ ਵਾਲਾ, ਨਿੰਦਿਆ ਚੁਗਲੀ ਵਾਲਾ, ਉਹੀਓ ਹੁਣ ਅਸੀਂ ਉਹ ਪਾਸਾ ਛੱਡ ਕੇ ਇੱਧਰ ਸਿਮਰਨ ਕਰਨਾ ਸ਼ੁਰੂ ਕਰ ਦਈਏ, ਮਾਲਕ ਦੇ ਗੁਣ ਗਾਉਣਾ ਸ਼ੁਰੂ ਕਰ ਦਈਏ, ਫਿਰ ਸਾਡੇ ਅੰਦਰੋਂ ਜਿਹੜੀ ਇਹ ਦੁਬਦਾ ਇਹ ਖਤਮ ਹੋ ਜਾਂਦੀ ਹੈ। ਫਿਰ ਆਪਾਂ ਨੂੰ ਸਮਝਾਉਂਦੇ ਜਦੋਂ ਅਸੀਂ ਦਿਨ ਰਾਤ ਮਾਲਕ ਦੀ ਉਸਤਤ ਕਰਾਂਗੇ, ਉਹਦੇ ਗੁਣ ਗਾਵਾਂਗੇ, ਫਿਰ ਸਾਡੇ ਮਨ ਨੂੰ ਕਿਸੇ ਕਿਸਮ ਦੀ ਕੋਈ ਪੀੜ ਨਹੀਂ ਸਹਿਣੀ ਪਏਗੀ, ਫਿਰ ਇਹਨੂੰ ਕੋਈ ਦੁੱਖ ਨਹੀਂ ਲੱਗੇਗਾ। ਫਿਰ ਇਹਨਾਂ ਦੁੱਖਾਂ ਤੋਂ, ਸੰਸਾਰ ਦਿਆਂ ਤੋਂ ਇਹ ਉੱਪਰ ਉੱਠ ਜਾਂਦਾ ਜਿਹੜਾ ਵੀ ਕਰੇਗਾ। ਪਰ ਇਹਨਾਂ ਦਾ ਖੇਲ ਹੈ, ਇਹ ਸਾਨੂੰ ਇਕੱਠੇ ਬੈਠਣ ਨਹੀਂ ਦਿੰਦੇ, ਚਾਹੇ ਅਸੀਂ ਇੱਕ ਪਰਿਵਾਰ ਦੇ ਮੈਂਬਰ ਹੀ ਹਾਂ। ਇਹਨਾਂ ਨੇ ਕੋਸ਼ਿਸ਼ ਕਰਨੀ ਵੀ ਪਰਿਵਾਰ ਦੇ ਮੈਂਬਰ ਇਕੱਠੇ ਹੋ ਕੇ ਨਾ ਬੈਠਣ, ਬਈ ਇਹ ਕਦੇ ਇਕੱਠੇ ਹੋ ਕੇ ਸਿਮਰਨ ਨਾ ਕਰਨ ਲੱਗ ਜਾਣ, ਇਹ ਮਾਲਕ ਦੀ ਸਿਫਤ ਸਲਾਹੀ ਨਾ ਕਰਨ ਲੱਗ ਜਾਣ। ਇਸ ਵਾਸਤੇ ਫਿਰ ਜਦੋਂ ਅਸੀਂ ਇਕੱਠੇ ਹੁੰਦੇ ਹਾਂ, ਉਦੋਂ ਹੀ ਸਾਡਾ ਵਿਚਾਰਾਂ ਦਾ ਟਕਰਾਅ ਕਰਾ ਦਿੰਦੇ ਨੇ। ਹੁਣ ਵੈਸੇ ਤਾਂ ਜ਼ਿਆਦਾ ਸਮਾਂ ਅਸੀਂ ਇਕੱਠੇ ਰਹਿੰਦੇ ਨਹੀਂ, ਜਿਵੇਂ ਸਵੇਰੇ ਉੱਠ ਕੇ ਥੋੜ੍ਹਾ ਸਮਾਂ ਪਰਿਵਾਰ 'ਚ ਰਹੇ, ਅਤੇ ਮੁੜ ਕੇ ਜਿਵੇਂ ਗੁਰਮੁਖ ਦਾ ਕੰਮਾਂ ਕਾਰਾਂ 'ਤੇ ਚਲੇ ਜਾਂਦੇ, ਬਾਹਰ ਚਲੇ ਜਾਂਦੇ। ਫਿਰ ਜਦੋਂ ਸ਼ਾਮ ਹੋਈ, ਆਥਣ ਹੋਈ, ਇਕੱਠੇ ਹੋਏ,
ਖਾਧਾ ਪੀਤਾ ਅਤੇ ਥੋੜ੍ਹਾ ਸਮਾਂ ਇਕੱਠੇ ਰਹੇ। ਉਸ ਸਮੇਂ ਦੇ ਵਿੱਚ ਵੀ ਇਹਨਾਂ ਨੇ ਵਿਚਾਰਾਂ ਦਾ ਟਕਰਾਅ ਕਰਾ ਦੇਣਾ ਇੱਕ ਦੂਸਰੇ ਨਾਲ, ਅਤੇ ਅਸੀਂ ਫਿਰ ਦੌਦਾ ਕਢੀ ਕਰਕੇ ਫਿਰ ਲੜਨ ਲੱਗ ਜਾਂਦੇ। ਮਸਾਂ ਜੀਵ ਜੇ ਹੁਣ ਉਹਦੀ ਉਮਰ 100 ਸਾਲ ਹੈ, 100 ਸਾਲ ਦੇ ਵਿੱਚੋਂ ਸਮਝ ਲਓ ਵੀ 50 ਸਾਲ ਤਾਂ ਸਾਡੀ ਉਮਰ ਰਾਤ ਨੂੰ ਅਸੀਂ ਜਦੋਂ ਸੌਂ ਜਾਂਦੇ ਹਾਂ ਸਾਡੇ ਉੱਧਰ ਹੀ ਲੰਘ ਜਾਂਦੇ। ਅਤੇ ਫਿਰ 50 ਸਾਲਾਂ ਦੇ ਵਿੱਚੋਂ ਸਮਝ ਲਓ ਵੀ ਅਸੀਂ ਮਸਾਂ 5 ਜਾਂ 10 ਸਾਲ ਬਣਦੇ ਵੀ ਅਸੀਂ ਜੇ ਇਕੱਠੇ ਰਹਿੰਦੇ ਹੋਵਾਂਗੇ, ਥੋੜ੍ਹਾ ਥੋੜ੍ਹਾ ਸਮਾਂ ਉਹ ਵੀ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਕੀ ਤੁਸੀਂ ਇੰਨਾ ਕੁ ਸਮਾਂ ਨਹੀਂ ਇਕੱਠੇ ਰਹਿ ਸਕਦੇ ਪ੍ਰੇਮ ਦੇ ਨਾਲ? ਪਰ ਜਦੋਂ ਅਸੀਂ ਇਹ ਜੀਵਨ ਦੀ ਜਾਚ ਨਹੀਂ ਸਿੱਖੀ, ਸਵੇਰ ਉੱਠਣ ਸਾਰ ਹੀ ਇਹ ਵਿਚਾਰਾਂ ਦਾ ਟਕਰਾਅ ਕਰਾ ਦਿੰਦੇ। ਕਈ ਤਾਂ ਉੱਠਣ ਸਾਰ ਹੀ ਲੜਨਾ ਸ਼ੁਰੂ ਕਰ ਦਿੰਦੇ ਨੇ। ਜਦੋਂ ਆਥਣੇ ਇਕੱਠੇ ਹੋਏ ਅਤੇ ਫਿਰ ਲੜਾਈ ਸ਼ੁਰੂ ਹੋ ਗਈ, ਫਿਰ ਵਿਚਾਰਾਂ ਦਾ ਟਕਰਾਅ ਸ਼ੁਰੂ ਹੋ ਗਿਆ। ਇਸ ਵਾਸਤੇ ਫਿਰ ਇਹਨਾਂ ਦਾ ਖੇਲ ਹੈ ਪੰਜਾਂ ਦਾ, ਬਈ ਅਵਲਾ ਤਾਂ ਇਹਨਾਂ ਨੂੰ ਇਕੱਠਿਆਂ ਬੈਠਣ ਨਾ ਦਿਓ। ਜਦੋਂ ਇਹ ਇਕੱਠੇ ਹੁੰਦੇ ਉਦੋਂ ਹੀ ਇਹਨਾਂ ਦਾ ਵਿਚਾਰਾਂ ਦਾ ਟਕਰਾਅ ਕਰਾ ਦਿਓ ਤਾਂ ਕਿ ਇੱਕ ਦੂਸਰੇ ਨਾਲ ਲੜੀ ਜਾਣ, ਵੈਰ ਵਿਰੋਧੀ ਕੀਤੀ ਜਾਣ। ਸੋ ਆਪਾਂ ਨੂੰ ਫਿਰ ਸਮਝਾਉਂਦੇ ਵੀ ਕਿਉਂ ਜੀਵ ਲੜਦੇ ਇੱਕ ਦੂਸਰੇ ਨਾਲ, ਕਾਹਤੋਂ ਇੰਨਾ ਵਿਚਾਰਾਂ ਦਾ ਟਕਰਾਅ ਹੁੰਦਾ, ਕਿਉਂ ਇਹ ਇੱਕ ਦੂਸਰੇ ਦੇ ਨਾਲ ਈਰਖਾ ਨਫ਼ਰਤ ਕਰਦੇ ਨੇ। ਫਿਰ ਆਪਾਂ ਨੂੰ ਸਮਝਾਉਂਦੇ ਵੀ ਇੱਧਰ ਖੇਲ ਚੱਲਦਾ ਸਾਰਾ ਪਾਉਣ ਦਾ। ਇਸ ਦੇਸ਼ ਦਾ ਜੋ ਗੁਰੂ ਹੈ ਉਹ ਪਾਉਣ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਇਹ ਜਿੰਨੇ ਵੀ ਆਕਾਰ, ਜਿੰਨੇ ਵੀ ਸਰੀਰ ਨੇ, ਇਹ ਸਾਰੇ ਪਾਉਣ ਦੇ ਆਸਰੇ ਚੱਲਦੇ, ਪਾਉਣ 'ਚ ਪਰੋਏ ਹੁੰਦੇ। ਪਵਨ ਪਰੋਇਆ ਸਗਲ ਆਕਾਰ। ਹੁਣ ਜਿਉਂ ਹੀ ਸਾਡਾ ਮਨ ਸਵੇਰ ਨੂੰ ਇਹ ਸਰੀਰ ਦੇ ਵਿੱਚ ਪ੍ਰਵੇਸ਼ ਹੁੰਦਾ ਕਿ ਪਾਉਣ ਦੇ ਵਿੱਚ ਪ੍ਰਵੇਸ਼ ਹੁੰਦਾ, ਫਿਰ ਇਹ ਜਿਹੜਾ ਸਰੀਰ ਹੈ ਗਿਆਨ ਇੰਦਰੀ ਕਰਮ ਇੰਦਰੀ ਕਰਮ ਕਰਨਾ ਸ਼ੁਰੂ ਕਰਦੇ। ਜਿਵੇਂ ਆਪਾਂ ਸੁੱਤੇ ਹੋਏ ਉੱਠਦੇ ਹਾਂ, ਜਦੋਂ ਮਨ ਇਹ 'ਚ ਆਏਗਾ ਅਤੇ ਫਿਰ ਇਹ ਸਰੀਰ ਨੂੰ ਲੈ ਕੇ ਚੱਲੇਗਾ। ਹੁਣ ਇਹ ਪੰਜ ਫਿਰ ਕੀ ਕਰਦੇ, ਜਿਉਂ ਹੀ ਸਾਡਾ ਮਨ ਇੱਧਰ ਆਉਂਦਾ ਹੈ ਇਹ ਪਾਉਣ ਦਾ ਸੰਤੁਲਨ ਵਿਗਾੜ ਦਿੰਦੇ। ਇੱਥੋਂ ਹੀ ਸਾਡਾ, ਜਦੋਂ ਅਸੀਂ ਸਵੇਰ ਨੂੰ ਇਹ ਸਰੀਰ 'ਚ ਪ੍ਰਵੇਸ਼ ਹੁੰਦੇ ਹਾਂ, ਇੱਥੋਂ ਹੀ ਅੰਦਾਜ਼ਾ ਲਾ ਲੈਂਦੇ। ਇੱਥੋਂ ਹੀ ਸਾਡਾ ਸਵੇਰ ਨੂੰ ਉੱਠਣ ਸਾਰ ਹੀ ਪਤਾ ਲੱਗ ਜਾਂਦਾ ਇਹਨਾਂ ਨੂੰ ਬਈ ਇਹ ਸਾਡੇ ਨਾਲ ਜਿਹੜੇ ਸਾਡੇ ਦੇਸ਼ ਵਿੱਚ ਖੇਡਣ ਵਾਸਤੇ ਆਏ ਨੇ, ਬਈ ਇਹ ਚੰਗੇ ਖਿਡਾਰੀ ਨੇ, ਬਈ ਇਹਨਾਂ ਨੇ ਖੇਲ ਨੂੰ ਸਮਝਿਆ ਕਿ ਜਾਂ ਇਹ ਚੰਗੇ ਖਿਡਾਰੀ ਨਹੀਂ। ਇਹਨਾਂ ਨੂੰ ਇੱਥੋਂ ਹੀ ਅੰਦਾਜ਼ਾ ਲੱਗ ਜਾਂਦਾ, ਇੱਥੋਂ ਹੀ ਪਤਾ ਲੱਗ ਜਾਂਦਾ। ਜਿਉਂ ਹੀ ਆਪਾਂ ਆਉਂਦੇ ਸਰੀਰ ਦੇ ਵਿੱਚ, ਆਪਾਂ ਆਉਂਦੇ ਪਰਲੋਕ ਦੇ ਵਿੱਚੋਂ, ਸਾਡਾ ਮਨ ਹੈ ਜਿਹੜਾ ਜਿੱਥੇ ਦੇ ਆਪਾਂ ਰਹਿਣ ਵਾਲੇ ਹਾਂ, ਸਭ ਤੋਂ ਪਹਿਲਾਂ ਆ ਕੇ ਆਪਾਂ 10ਵੇਂ ਦੁਆਰ 'ਚ ਆਉਂਦੇ ਜਿਹਨੂੰ ਸ਼ਿਵ ਘਰ ਕਹਿੰਦੇ ਨੇ। ਫਿਰ ਉੱਥੋਂ ਸ਼ਿਵ ਘਰ ਤੋਂ ਅਸੀਂ ਇਹ ਸ਼ਕਤੀ ਘਰ ਪ੍ਰਵੇਸ਼ ਹੁੰਦੇ ਹਾਂ, 9 ਦਰਵਾਜ਼ਿਆਂ ਦੇ ਵਿੱਚ ਆਉਣ ਦੇ ਵਿੱਚ। ਮਹਾਰਾਜ ਜਿਸ ਨੂੰ ਫਰਮਾਉਂਦੇ 4 ਪਦਾਰਥ ਲੈ ਜਗ ਆਇਆ, ਸ਼ਿਵ ਸ਼ਕਤੀ ਘਰ ਵਾਸਾ ਪਾਇਆ। ਬਈ ਅਸੀਂ ਆਏ ਕਿੱਥੋਂ? ਪਰਲੋਕ ਦੇ ਵਿੱਚੋਂ। ਪਹਿਲਾਂ ਸ਼ਿਵ ਘਰ ਆਏ 10ਵੇਂ ਦੁਆਰ 'ਚ, ਅਤੇ ਫਿਰ ਸ਼ਕਤੀ ਘਰ ਆ ਗਈ। ਹੁਣ ਜਦੋਂ ਅਸੀਂ ਪਹਿਲਾਂ ਸ਼ਿਵ ਘਰ ਆਉਣੇ 10ਵੇਂ ਦੁਆਰ ਦੇ ਵਿੱਚ, ਉੱਥੋਂ ਜਦੋਂ ਅਸੀਂ ਇਹ ਸ਼ਕਤੀ ਘਰ ਪ੍ਰਵੇਸ਼ ਹੋਣਾ, ਪਹਿਲਾਂ ਤਾਂ ਇਹ ਸਾਡੇ ਜਿਹੜੇ 2 ਨੇਤਰ ਨੇ, ਇਹਨਾਂ ਨੂੰ ਚੰਦ ਅਤੇ ਸੂਰਜ ਦਾ ਨਾਮ ਦਿੱਤਾ ਹੈ। ਇਹ 5 ਨੇ ਜਿਹੜੇ ਇਹਦਾ ਸੰਤੁਲਨ ਵਿਗਾੜ ਦਿੰਦੇ। ਚੰਦ ਸੂਰਜ ਦਾ ਇੱਕ ਪਾਸਿਓਂ ਸਾਨੂੰ ਘੱਟ ਦਿਸਣ ਲੱਗ ਜਾਂਦਾ, ਇੱਕ ਪਾਸਿਓਂ ਜ਼ਿਆਦਾ ਦਿਸਣ ਲੱਗ ਜਾਂਦਾ। ਸੱਜੇ ਪਾਸਿਓਂ ਸਾਨੂੰ ਜ਼ਿਆਦਾ ਦਿਖਾਈ ਦਿੰਦਾ ਸੂਰਜ ਵਾਲੇ ਪਾਸਿਓਂ, ਚੰਦਰਮਾ ਵਾਲੇ ਪਾਸੇ ਲਾਈਟ ਘੱਟ ਕਰ ਦਿੰਦੇ, ਇੱਧਰੋਂ ਘੱਟ ਦਿਖਾਈ ਦਿੰਦਾ। ਅਤੇ ਫਿਰ ਇਸ ਨੂੰ ਕਹਿੰਦੇ ਵੀ ਜਦੋਂ ਇਹ ਚੰਦ ਸੂਰਜ ਦਾ ਸਾਡਾ ਸੰਤੁਲਨ ਵਿਗੜ ਗਿਆ, ਅਸੀਂ ਗੁਰੂ ਦੀ ਮੱਤ ਨਹੀਂ ਲਈ, ਜੀਵਨ ਦੀ ਜਾਚ ਸਿੱਖੀ ਨਹੀਂ ਗੁਰੂ ਪਾਸੋਂ, ਅਤੇ ਸਾਨੂੰ ਇਹ ਗਿਆਨ ਨਹੀਂ ਰਹੇਗਾ ਵੀ ਅਸੀਂ ਇਹ ਚੰਦ ਸੂਰਜ ਨੂੰ ਸਮ ਕਿਵੇਂ ਕਰਨਾ। ਜਦੋਂ ਅਸੀਂ ਬਰਾਬਰ ਨਹੀਂ ਕਰਾਂਗੇ ਇਹਨਾਂ ਨੂੰ,
ਤੇ ਸਾਨੂੰ ਪਰਮਾਤਮਾ ਸਾਹਮਣੇ ਉਹ ਦਿਖਾਈ ਨਹੀਂ ਦੇਗਾ। ਇਹ ਸਾਹਮਣੇ ਹੀ ਹੈ ਮਾਲਕ, ਪਰ ਜਦੋਂ ਇਹਦਾ ਸੰਤੁਲਨ ਵਿਗੜ ਗਿਆ ਸਾਨੂੰ ਸਾਹਮਣੇ ਹੁੰਦਾ ਹੋਇਆ ਮਾਲਕ ਵੀ ਨਜ਼ਰ ਨਹੀਂ ਆਏਗਾ। ਫਿਰ ਇਹ ਕੀ ਕਰਦੇ, ਜਦੋਂ ਚੰਦ ਸੂਰਜ ਦਾ ਸੰਤੁਲਨ ਵਿਗਾੜ ਦਿੱਤਾ, ਫਿਰ ਇਹ ਜਿਹੜੀ ਪੌਣ ਹੈ ਪੌਣ ਦਾ ਸੰਤੁਲਨ ਵਿਗਾੜ ਦਿੰਦੇ ਨਾਲ ਹੀ। ਇੱਕ ਸੁਰ ਦੇ ਵਿੱਚ ਆਪਾਂ ਨੂੰ ਇਹ ਨੱਕ ਰਾਹੀਂ ਜਿਹੜੀ ਪੌਣ ਆਉਂਦੀ, ਇੱਕ ਪਾਸੇ ਘੱਟ ਕਰ ਦਿੰਦੇ, ਇੱਕ ਪਾਸੇ ਜ਼ਿਆਦਾ ਕਰ ਦਿੰਦੇ। ਜੇ ਹੁਣ ਇੱਕ ਪਰਿਵਾਰ ਦੇ ਮੈਂਬਰ ਦਾ ਧਿਆਨ ਸੱਜੇ ਪਾਸੇ ਚਲਿਆ ਗਿਆ, ਇੱਧਰ ਪਾਉਣ ਦਾ ਵਹਾਅ ਇਹਨਾਂ ਨੇ ਜ਼ਿਆਦਾ ਕਰ ਦਿੱਤਾ, ਜਿੱਧਰ ਪਾਉਣ ਦਾ ਵਹਾਅ ਜ਼ਿਆਦਾ ਹੈ ਉਧਰ ਨੂੰ ਮਨ ਨੇ ਚਲਿਆ ਜਾਣਾ। ਫਿਰ ਜਿਹਦਾ ਸੱਜੇ ਪਾਸੇ ਚਲਿਆ ਗਿਆ, ਸੱਜੇ ਪਾਸੇ ਤਮੋ ਗੁਣ ਹੈ। ਤਮੋ ਗੁਣ ਦੇ ਵਿੱਚ ਇਹ ਕਾਮ, ਕ੍ਰੋਧ, ਲੋਭ, ਹੰਕਾਰ, ਨਿੰਦਿਆ, ਚੁਗਲੀ, ਈਰਖਾ, ਵੈਰ, ਵਿਰੋਧ, ਇੱਧਰ ਗਰਮੈਸ਼ ਹੈ। ਜਿਹਦਾ ਮਨ ਇੱਧਰ ਸੱਜੇ ਪਾਸੇ ਚਲਿਆ ਗਿਆ ਉਹਦੇ ਅੰਦਰ ਗਰਮੈਸ਼ ਵੱਜ ਜਾਣੀ, ਉਹਨੂੰ ਗੁੱਸਾ ਹੀ ਆਈ ਜਾਣਾ। ਤੁਸੀਂ ਉਹਨੂੰ ਸਵੇਰੇ ਉਠਾਉਣ ਦੀ ਕੋਸ਼ਿਸ਼ ਕਰੋਗੇ, ਉਹਨੂੰ ਕ੍ਰੋਧ ਜਗੇਗਾ, ਉਹਨੂੰ ਗੁੱਸਾ ਆਏਗਾ। ਉੱਠਣ ਸਾਰ ਹੀ ਉਹਨੇ ਫਿੱਕਾ ਬੋਲਣਾ ਸ਼ੁਰੂ ਕਰ ਦੇਣਾ, ਮਾੜਾ ਬੋਲਣਾ ਸ਼ੁਰੂ ਕਰ ਦੇਣਾ। ਉਹ ਬੜਾ ਗੁੱਸੇ ਨਾਲ ਬੋਲੇਗਾ ਅਤੇ ਤੁਹਾਨੂੰ ਪਤਾ ਲੱਗ ਜਾਏ ਬੜਾ ਗੁੱਸੇ ਨਾਲ ਬੋਲ ਰਿਹਾ। ਅਤੇ ਇੱਕ ਜੀਵ ਦਾ ਜਿਹੜਾ ਖੱਬੇ ਪਾਸੇ ਚਲਾ ਗਿਆ, ਇੱਧਰ ਵਹਾਅ ਜ਼ਿਆਦਾ ਹੈ, ਉਹ ਇੱਧਰ ਚਲਾ ਗਿਆ, ਇੱਧਰ ਰਜੋਗੁਣ ਹੈ। ਉਹਦੇ ਅੰਦਰ ਫਿਰ ਇਹ ਜਿਹੜੇ ਰਜੋਗੁਣ ਦੇ ਵਿੱਚ ਆਸ਼ਾ, ਅਭਿਲਾਸ਼ਾ, ਤ੍ਰਿਸ਼ਨਾਵਾਂ, ਸੰਸ਼ੇ, ਫਿਕਰ, ਚਿੰਤਾਵਾਂ, ਇਹ ਵਿਚਾਰ ਹਾਵੀ ਹੋ ਜਾਂਦੇ ਨੇ। ਹੁਣ ਇਹਨਾਂ ਦੇ ਫਿਰ ਆਪਸ ਵਿੱਚ ਵਿਚਾਰ ਨਹੀਂ ਬਣਨਗੇ। ਜਿਹੜਾ ਖੱਬੇ ਪਾਸੇ ਵਾਲਾ ਆਖੇਗਾ ਵੀ ਆਪਾਂ ਆਹ ਕੰਮ ਕਰੀਏ, ਸੱਜੇ ਪਾਸੇ ਵਾਲਾ ਮੰਨੇਗਾ ਹੀ ਨਹੀਂ ਵੀ ਇਹ ਨਹੀਂ ਕਰਨਾ। ਜਿਹੜਾ ਸੱਜੇ ਪਾਸੇ ਵਾਲਾ ਆਖੇਗਾ ਵੀ ਆਪਾਂ ਇੱਦਾਂ ਕਰੀਏ, ਉਹ ਖੱਬੇ ਪਾਸੇ ਵਾਲਾ ਨਹੀਂ ਮੰਨੇਗਾ। ਇੱਕ ਦੂਸਰੇ ਦੇ ਨਾਲ ਇਹਨਾਂ ਦਾ ਵਿਚਾਰਾਂ ਦਾ ਟਕਰਾਅ ਹੋ ਜਾਏਗਾ ਉੱਠਣ ਸਾਰ ਹੀ। ਅਤੇ ਜਦੋਂ ਸਾਡਾ ਵਿਚਾਰਾਂ ਦਾ ਟਕਰਾਅ ਹੁੰਦਾ ਕਿਸੇ ਨਾਲ ਵੀ, ਫਿਰ ਸਾਡੇ ਮਨ 'ਚ ਕਲੇਸ਼ ਹੁੰਦਾ, ਫਿਰ ਸਾਡੇ ਮਨ 'ਚ ਦੁੱਖ ਪੈਦਾ ਹੁੰਦਾ ਹੈ ਬਈ ਮੇਰੀ ਕੋਈ ਕਦਰ ਹੀ ਨਹੀਂ, ਮੇਰਾ ਘਰ 'ਚ ਕੋਈ ਕਹਿਣਾ ਨਹੀਂ ਮੰਨਦਾ। ਜੇ ਮੇਰਾ ਕਿਸੇ ਨੇ ਕਹਿਣਾ ਨਹੀਂ ਮੰਨਣਾ ਅਤੇ ਫਿਰ ਮੇਰਾ ਇੱਥੇ ਰਹਿਣ ਦਾ ਫਾਇਦਾ ਕੀ ਹੈ। ਜਾਣੀ ਦੀ ਉਹ ਫਿਰ ਮਨ ਦੇ ਵਿੱਚ ਰੋਸ ਆਉਂਦਾ, ਅਤੇ ਜਦੋਂ ਰੋਸ ਆਉਂਦਾ ਉਹ ਫੁਰਨੇ ਚੱਲਣੇ ਸ਼ੁਰੂ ਹੋ ਜਾਂਦੇ, ਅੰਦਰ ਵਿਚਾਰ ਚੱਲਣੇ ਸ਼ੁਰੂ ਹੋ ਜਾਂਦੇ। ਫਿਰ ਜਦੋਂ ਇਹ ਵਿਚਾਰ ਚੱਲਣੇ ਸ਼ੁਰੂ ਹੋ ਗਏ, ਇਹਨਾਂ ਨੂੰ ਕਹਿੰਦੇ ਵਿਚਾਰਾਂ ਨੂੰ ਮਾਇਆ, ਵੀ ਇਹ ਮਾਇਆ 'ਚ ਚਲਾ ਗਿਆ। ਫਿਰ ਇਹ ਮਾਇਆ ਜਿਹੜੀ ਵਿਚਾਰਾਂ ਰੂਪੀ, ਇਹ ਸਾਡੇ ਮਨ ਨੂੰ ਸਾੜਦੀ ਅੰਦਰੋਂ। ਫਿਰ ਜਿਹਦੇ ਨਾਲ ਸਾਡਾ ਵਿਚਾਰਾਂ ਦਾ ਟਕਰਾਅ ਹੋਇਆ, ਫਿਰ ਅਸੀਂ ਉਹਦੇ ਬਾਰੇ ਸੋਚ ਸੋਚ ਕੇ ਉਹ ਵਿਚਾਰ ਲੈ ਲੈ ਕੇ ਸਾਰਾ ਦਿਨ ਸੜਦੇ ਰਹਿੰਦੇ ਹਾਂ। ਫਿਰ ਇਸ ਵਰਤਾਏ ਮਹਾਰਾਜ ਕਹਿੰਦੇ ਬਈ ਇਹ ਅਗਨ ਜਿਹੜੀ ਮਾਇਆ, ਇਹ ਸਾਰਿਆਂ ਦੇ ਮਨਾਂ ਨੂੰ ਸਾੜ ਰਹੀ ਅੰਦਰੋਂ। ਮਹਾਰਾਜ ਕਹਿੰਦੇ ਦੁਰਮਤ ਅਗਨ ਜਗਤ ਪਰ ਜਾਰੀ, ਵੀ ਇਹ ਦੁਰਮਤ ਦੀ ਅਗਨ ਸਾਰੇ ਜਗਤ ਨੂੰ ਸਾੜ ਰਹੀ। ਸਾਰਿਆਂ ਦੇ ਮਨਾਂ ਨੂੰ ਇਹ ਮਾਇਆ ਨੇ ਫਿਰ ਆਪਦੇ ਲਪੇਟੇ ਵਿੱਚ ਲੈ ਲਿਆ ਇਸ ਤਰ੍ਹਾਂ। ਸੋ ਐਸੀ ਅਵਸਥਾ ਦੇ ਵਿੱਚ ਫਿਰ ਅਸੀਂ ਜਦੋਂ ਮਾਇਆ 'ਚ ਚਲੇ ਜਾਂਦੇ ਉਦੋਂ ਕਹਿੰਦੇ ਨੇ ਬਈ ਇਹ ਭਰਮ 'ਚ ਚਲੇ ਗਏ। ਇਹ ਹੁਣ ਭਰਮ ਦੇ ਵਿੱਚ ਜਾ ਕੇ ਸੌਂ ਗਏ, ਆਉਣੇ ਜੀਵਨ ਦੀ ਬਾਜੀ ਨੂੰ ਹਾਰਨਗੇ। ਜੇ ਇਹਨਾਂ ਨੇ ਗੁਰੂ ਦੀ ਮੱਤ ਨਾ ਲਈ, ਸੰਗਤ ਨਾ ਕੀਤੀ, ਫਿਰ ਇਹ ਆਪਦਾ ਜਿਹੜਾ ਜੀਵਨ ਸਾਰਾ ਸੁੱਤੇ ਹੀ ਲੰਘਾ ਦੇਣਗੇ, ਭਰਮ ਦੇ ਵਿੱਚ ਹੀ ਲੰਘਾ ਦੇਣਗੇ। ਇਹਨਾਂ ਦੀ ਜਿਹੜੀ ਜੀਵਨ ਦੀ ਰਾਤ ਇਸ ਤਰ੍ਹਾਂ ਭਰਮ 'ਚ ਹੀ ਲੰਘ ਜਾਏਗੀ, ਸੁੱਤਿਆਂ ਦੀ ਲੰਘ ਜਾਏਗੀ। ਐਸੀ ਅਵਸਥਾ ਦੇ ਵਿੱਚ ਦੇਖ ਕੇ ਹੀ ਫਿਰ ਸਤਿਗੁਰਾਂ ਨੇ ਗੁਰਬਾਣੀ ਗੁਰੂ 'ਚ ਆਪਾਂ ਨੂੰ ਫਰਮਾਉਂਦੇ, ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਹਾਨ। ਇਸ ਤਰ੍ਹਾਂ ਸਾਡੇ ਜਿਹੜੇ ਮਨ ਸੀ ਇੱਥੇ ਆ ਕੇ ਸੌਂ ਗਏ, ਭਰਮ 'ਚ ਪੈ ਗਏ।
ਹੁਣ ਇਹ ਆਪਾਂ ਨੂੰ ਜੀਵਨ ਦੀ ਜਾਂਚ ਮਹਾਰਾਜ ਦੱਸਦੇ ਵੀ ਤੁਸੀਂ ਵੀ ਆਪਦੇ ਅੰਦਰ ਝਾਤੀ ਮਾਰੋ ਵੀ ਆਪਣੇ ਅੰਦਰ ਵੀ ਤਾਂ ਨਹੀਂ ਇੱਦਾਂ ਹੀ ਹੋ ਰਿਹਾ, ਵੀ ਆਪਣੇ ਨਾਲ ਵੀ ਤਾਂ ਨਹੀਂ ਇੱਦਾਂ ਹੋ ਰਿਹਾ ਵੀ ਜਦੋਂ ਆਪਾਂ ਇਸ ਤਰ੍ਹਾਂ ਇਹ ਸਰੀਰ 'ਚ ਪ੍ਰਵੇਸ਼ ਹੁੰਦੇ ਹਾਂ ਆਉਣ ਸਾਰੀ ਵੀ ਆਪਾਂ ਵੀ ਇੱਦਾਂ ਵਿਚਾਰਾਂ 'ਚ ਪੈ ਕੇ ਆਪਾਂ ਵੀ ਤਾਂ ਨਹੀਂ ਲੜਨਾ ਸ਼ੁਰੂ ਕਰ ਦਿੰਦੇ। ਜੇ ਇਸ ਤਰ੍ਹਾਂ ਆਪਾਂ ਵੀ ਕਰਾਂਗੇ ਤੇ ਫਿਰ ਕਹਿੰਦੇ ਨੇ ਵੀ ਇਹ ਮਨਮੁਖ ਨੇ, ਬਈ ਇਹਨਾਂ ਨੇ ਜਿਹੜਾ ਇਹ ਖੇਲ ਹੈ ਖੇਲ ਨੂੰ ਸਮਝਿਆ ਨਹੀਂ, ਇਹਨਾਂ ਨੇ ਗੁਰੂ ਦੀ ਮੱਤ ਨਹੀਂ ਲਈ, ਆਪਦੀ ਮੱਤ ਦੁਆਰਾ ਚੱਲਦੇ ਨੇ ਤਾਂਹੀਓ ਦੁਖੀ ਨੇ। ਜੇ ਹੁਣ ਅਸੀਂ ਇਹ ਗੁਰੂ ਦੀ ਮੱਤ ਲੈ ਲਾਂਗੇ ਖੇਲ ਨੂੰ ਸਮਝ ਲਾਂਗੇ ਫਿਰ ਅਸੀਂ ਦੁਖੀ ਨਹੀਂ ਹੋਵਾਂਗੇ। ਦੁੱਖ ਦਾ ਕਾਰਨ ਇਹੀ ਹੈ ਜਦੋਂ ਅਸੀਂ ਇਹ ਖੇਲ ਨੂੰ ਨਹੀਂ ਸਮਝਦੇ ਅਗਿਆਨਤਾ ਦੇ ਵਿੱਚ ਫਿਰ ਹੀ ਅਸੀਂ ਦੁਖੀ ਹੁੰਦੇ ਹਾਂ, ਫਿਰ ਇਹ ਵਿਚਾਰਾਂ ਦੇ ਵਿੱਚ ਦੁੱਖ ਹੈ। ਹੋਰ ਮਨ ਨੂੰ ਕੋਈ ਦੁੱਖ ਨਹੀਂ, ਸੰਸਾਰ ਦੇ ਵਿੱਚ ਦੁੱਖ ਸਾਨੂੰ ਉਦੋਂ ਹੀ ਹੈ ਜਦੋਂ ਅਸੀਂ ਅਗਿਆਨਤਾ ਦੇ ਵਿੱਚ ਤ੍ਰੈ ਗੁਣਾਂ 'ਚ ਜਾ ਕੇ ਭਰਮ 'ਚ ਪੈ ਜਾਂਦੇ ਹਾਂ। ਫਿਰ ਇਹ ਮਾਇਆ ਜਿਹੜੀ ਸਾਡੇ ਮਨ ਨੂੰ ਸਾੜਦੀ ਹੈ ਫਿਰ ਅਸੀਂ ਦੁਖੀ ਹੁੰਦੇ ਹਾਂ। ਸੋ ਇਸ ਕਰਕੇ ਫਿਰ ਮਹਾਰਾਜ ਕਹਿੰਦੇ ਵੀ ਮਨਮੁਖ ਜੀਵ ਹੈ ਜਿਹੜਾ ਉਹ ਫਿਰ ਦੁੱਖਾਂ ਦਾ ਖੇਤ ਹੈ, ਉਹ ਦੁੱਖ ਹੀ ਬੀਜਦਾ ਅਤੇ ਦੁੱਖ ਹੀ ਵੱਢਦਾ ਹੈ। ਮਨਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜੇ ਦੁੱਖ ਖਾਏ, ਕਿਉਂਕਿ ਤ੍ਰੈ ਗੁਣਾਂ ਦੇ ਵਿੱਚ ਭਰਮ ਦੇ ਵਿੱਚ ਵਿਚਾਰਾਂ 'ਚ ਫਿਰ ਇਹ ਦੁੱਖ ਹੀ ਦੁੱਖ ਹੈ ਗਿਆਨਤਾ ਦੇ ਵਿੱਚ। ਅਤੇ ਜਦੋਂ ਆਪਾਂ ਇਸ ਖੇਲ ਨੂੰ ਸਮਝ ਲਾਂਗੇ ਗੁਰੂ ਦੀ ਮੱਤ ਦੁਆਰਾ ਚੱਲਾਂਗੇ ਫਿਰ ਆਪਣਾ ਮਨ ਹੈ ਜਿਹੜਾ ਇਹ ਦੁਖੀ ਨਹੀਂ ਹੁੰਦਾ ਹੈ। ਤਾਈਓ ਫਿਰ ਆਪਣੇ ਮਨ ਨੂੰ ਸਮਝਾਉਂਦੇ ਵੀ ਆਪਦੀ ਮੱਤ ਦੁਆਰਾ ਜੀਵ ਕਿੰਨਾ ਵੀ ਸਿਆਣਾ ਹੋ ਜੇ, ਕਿੰਨਾ ਵੀ ਚਤਰ ਬੁੱਧੀ ਵਾਲਾ ਬਣ ਜੇ, ਜਦ ਤੱਕ ਉਹ ਗੁਰੂ ਦੀ ਸ਼ਰਨ 'ਚ ਨਹੀਂ ਆਉਂਦਾ, ਇਹ ਜੀਵਨ ਦੀ ਜਾਂਚ ਨੂੰ ਨਹੀਂ ਸਿੱਖਦਾ, ਓਨਾ ਸਮਾਂ ਉਹ ਇਹ ਮਾਇਆ ਦੇ ਘਰ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਦਾ। ਉਹ ਇਹ ਭਵ ਸਾਗਰ, ਇਸ ਨੂੰ ਕਹਿੰਦੇ ਤ੍ਰੈ ਗੁਣਾਂ ਨੂੰ ਭਵ ਜਲ ਕਹਿ ਦਿੱਤਾ, ਭਵ ਸਾਗਰ ਕਹਿ ਦਿੱਤਾ। ਫਿਰ ਇਸ ਭਵ ਸਾਗਰ ਦੇ ਵਿੱਚ ਹੀ ਡੁੱਬ ਜਾਂਦਾ, ਇਸ ਤੋਂ ਬਾਹਰ ਨਹੀਂ ਨਿਕਲ ਸਕਦਾ। ਤਾਈਓ ਫਿਰ ਸਾਡੇ ਮਨ ਨੂੰ ਸਮਝਾਉਂਦੇ ਵੀ ਆਪਦੀ ਮੱਤ ਨਹੀਂ ਗੁਰੂ ਦੀ ਮੱਤ ਧਾਰਨ ਕਰੋ। ਗੁਰ ਕੀ ਮੱਤ ਤੂੰ ਲੈ ਆਣੇ, ਭਗਤ ਬਿਨਾ ਬਹੁ ਡੁੱਬੇ ਸਿਆਣੇ। ਬਈ ਸਾਡੀ ਜਿਹੜੀ ਸਿਆਣਪ ਹੈ ਸਾਨੂੰ ਡੁੱਬ ਤਾਂ ਸਕਦੀ ਹੈ, ਅਸੀਂ ਦੁਖੀ ਤਾਂ ਹੋ ਸਕਦੇ ਆਪਦੀ ਸਿਆਣਪ ਨਾਲ, ਅਸੀਂ ਭਰਮ 'ਚ ਤਾਂ ਜਾ ਸਕਦੇ, ਅਸੀਂ ਹੋਰ ਵੈਰ ਵਿਰੋਧ ਤਾਂ ਖੜਾ ਕਰ ਸਕਦੇ ਆਪਦੀ ਮੱਤ ਦੁਆਰਾ, ਧੜਿਆਂ 'ਚ ਤਾਂ ਵੰਡੇ ਜਾ ਸਕਦੇ, ਪਰ ਅਸੀਂ ਇੱਥੋਂ ਨਿਕਲ ਨਹੀਂ ਸਕਦੇ। ਇਹ ਜਿਹੜੀ ਮਾਇਆ ਇਸ ਨੂੰ ਫਿਰ ਕਹਿੰਦੇ ਜਿਵੇਂ ਘੁੰਮਣ ਘੇਰੀ ਹੁੰਦੀ ਪਾਣੀ ਦੇ ਵਿੱਚ, ਜਿੱਥੇ ਘੁੰਮਣ ਘੇਰੀ ਪੈਂਦੀ ਹੋਵੇ ਉਹਦੇ ਵਿੱਚ ਜੇ ਜੀਵ ਫਸ ਜੇ ਉੱਥੋਂ ਨਿਕਲਣਾ ਬੜਾ ਔਖਾ ਹੈ। ਇਸੇ ਤਰ੍ਹਾਂ ਹੀ ਫਿਰ ਇਹਨੂੰ ਘੁੰਮਣ ਘੇਰੀ ਕਹਿੰਦੇ ਮਾਇਆ ਨੂੰ, ਬਈ ਇਹਦੇ ਵਿੱਚ ਸਾਡਾ ਮਨ ਫਸਿਆ ਹੋਇਆ, ਇੱਥੋਂ ਆਪਦੇ ਆਪ ਨਿਕਲ ਨਹੀਂ ਸਕਦਾ ਜਦ ਤੱਕ ਗੁਰੂ ਦੀ ਮੱਤ ਨਹੀਂ ਲੈਂਦਾ ਹੈ। ਤਾਈਓ ਮਾਰੇ ਫਿਰ ਸਾਨੂੰ ਕਹਿੰਦੇ ਘੁੰਮਣ ਘੇਰ ਅਗਾਹ ਗਾਖਰੀ, ਗੁਰ ਸ਼ਬਦੀ ਪਾਰ ਉਤਰੀਏ ਰੇ। ਵੀ ਇਹ ਘੁੰਮਣ ਘੇਰੀ ਜਿਹੜੀ ਬੜੀ ਔਖੀ, ਇਹਦੇ ਵਿੱਚੋਂ ਨਿਕਲਣਾ, ਪਰ ਗੁਰੂ ਦੇ ਸ਼ਬਦ ਦੁਆਰਾ ਨਿਕਲ ਸਕਦੇ, ਆਪਦੀ ਮੱਤ ਦੁਆਰਾ ਨਹੀਂ ਨਿਕਲ ਸਕਦੇ। ਇਸ ਵਾਸਤੇ ਫਿਰ ਇਹ ਜਿਹੜਾ ਭਵ ਸਾਗਰ ਹੈ, ਭਵ ਜਲ, ਇਹਨੂੰ ਆਪਾਂ ਸ਼ਬਦ ਦੁਆਰਾ ਪਾਰ ਹੋਣਾ। ਭਵ ਜਲ ਵੇਖਮ ਸਗਾਹੋ, ਗੁਰ ਸ਼ਬਦੀ ਵਾਰ ਪਾਹੀ। ਹੁਣ ਸੱਚੇ ਪਾਤਸ਼ਾਹ ਕਹਿੰਦੇ ਨਾਮ ਤੋਂ ਬਿਨਾਂ, ਸ਼ਬਦ ਗੁਰੂ ਤੋਂ ਬਿਨਾਂ ਇਹ ਭਵ ਸਾਗਰ ਨੂੰ ਤਰਿਆ ਨਹੀਂ ਜਾ ਸਕਦਾ। ਅਤੇ ਇਸ ਸੰਸਾਰ ਦੇ ਵਿੱਚ ਫਿਰ ਜੀਵ ਵੈਰ ਵਿਰੋਧ 'ਚ ਦੁਵਿਧਾ ਦੇ ਵਿੱਚ ਪਿਆ ਹੋਣ ਕਰਕੇ ਨਾਮ ਤੋਂ ਬਿਨਾਂ, ਗੁਰੂ ਦੀ ਮੱਤ ਤੋਂ ਬਿਨਾਂ ਫਿਰ ਇਸ ਭਵ ਸਾਗਰ 'ਚ ਡੁੱਬਦਾ ਅਤੇ ਡੁੱਬ ਡੁੱਬ ਕੇ ਜੰਮਦਾ ਮਰਦਾ ਵਾਰ ਵਾਰ। ਮਹਾਰਾਜ ਫਰਮਾਉਂਦੇ ਨੇ ਭਵ ਜਲ ਬਿਨ ਸ਼ਬਦੇ ਕਿਉਂ ਤਰੀਏ,
ਹਉਮੈ ਰੋਗ ਜਗਤ ਵਿਆਪਿਆ, ਦੌਦਾ ਡੁੱਬ ਡੁੱਬ ਮਰੀਏ। ਬੇਦੌਲਦਾ ਦੇ ਵਿੱਚ ਪਿਆ ਹੋਇਆ ਡੁੱਬ ਡੁੱਬ ਕੇ ਵਾਰ ਵਾਰ ਮਰਦਾ, ਵਾਰ ਵਾਰ ਜੰਮਦਾ ਫਿਰ ਮਰਦਾ। ਉਹ ਆਪਾਂ ਨੂੰ ਹੁਣ ਸਮਝਾਉਂਦੇ ਵੀ ਇਸ ਭਵ ਸਾਗਰ ਦੇ ਵਿੱਚੋਂ ਬਾਹਰ ਨਿਕਲੋ। ਹੁਣ ਬਾਹਰ ਕਿਵੇਂ ਨਿਕਲੀਏ, ਉਹਦੇ ਵਾਸਤੇ ਸਾਨੂੰ ਇਹ ਗਿਆਨ ਹੋਣਾ ਜ਼ਰੂਰੀ ਹੈ। ਜਦ ਤੱਕ ਅਸੀਂ ਗੁਰੂ ਦੀ ਮੱਤ ਨਹੀਂ ਲਵਾਂਗੇ, ਸਤ ਸੰਗਤ ਨਹੀਂ ਕਰਾਂਗੇ, ਉਹਨਾਂ ਸਮਾਂ ਅਸੀਂ ਇੱਥੋਂ ਨਿਕਲ ਨਹੀਂ ਸਕਦੇ। ਸੋ ਤਾਈਓ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਨ੍ਹਾਂ ਨੂੰ ਸਤ ਸੰਗਤ ਮਿਲ ਜਾਂਦੀ ਹੈ, ਉਹ ਗੁਰਮੁਖ, ਉਹ ਮਨ ਇਹ ਸੰਸਾਰ ਸਾਗਰ ਚੋਂ ਬਾਹਰ ਨਿਕਲ ਜਾਂਦੇ, ਉਹ ਇੱਥੋਂ ਭਵ ਸਾਗਰ ਤੋਂ ਪਾਰ ਹੋ ਜਾਂਦੇ। ਮਾਰੇ ਫਰਮਾਉਂਦੇ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਵੀ ਜਿਨ੍ਹਾਂ ਨੂੰ ਸਤ ਸੰਗਤ ਮਿਲ ਗਈ ਉਹ ਤਰ ਜਾਂਦੇ। ਤਰਦੇ ਕਿਵੇਂ? ਉਹਨਾਂ ਨੂੰ ਗਿਆਨ ਹੋ ਜਾਂਦਾ, ਸੋਝੀ ਆ ਜਾਂਦੀ ਵੀ ਅਸੀਂ ਤਰਨਾ ਕਿਵੇਂ। ਉਹਨਾਂ ਨੂੰ ਭੇਦ ਆ ਜਾਂਦਾ ਸਤ ਸੰਗਤ ਕਰਕੇ ਨਾਮ ਦਾ। ਜਿਸ ਨਾਮ ਦੁਆਰਾ, ਜਿਸ ਸ਼ਬਦ ਦੁਆਰਾ ਅਸੀਂ ਇਹ ਭਵ ਸਾਗਰ ਤੋਂ ਪਾਰ ਹੋਣਾ, ਇਹੋ ਫਿਰ ਸਤ ਸੰਗਤ ਦੀ ਵਡਿਆਈ ਹੈ। ਵੀ ਜਿੱਥੇ ਨਾਮ ਦਾ ਵਿਖਿਆਨ ਹੁੰਦਾ ਹੋਵੇ, ਜਿੱਥੇ ਜਾ ਕੇ ਆਪਾਂ ਨੂੰ ਇਹ ਸ਼ਬਦ ਗੁਰੂ ਦਾ ਭੇਤ ਆ ਜਾਂਦਾ, ਉਹਨੂੰ ਸਤ ਸੰਗਤ ਕਹਿੰਦੇ। ਮਾਰੇ ਫਰਮਾਉਂਦੇ ਸਤ ਸੰਗਤ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਵਖਾਣੀਏ। ਵੀ ਜਿੱਥੇ ਨਾਮ ਦਾ ਵਿਖਿਆਨ ਹੁੰਦਾ ਉਹਨੂੰ ਸਤ ਸੰਗਤ ਆਖੀਏ। ਅਤੇ ਆਪਾਂ ਨੂੰ ਕਹਿੰਦੇ ਵੀ ਹੁਣ ਆਪਾਂ ਇਹ ਜਿਹੜਾ ਸਿਮਰਨ ਅਭਿਆਸ ਕਰਦੇ, ਇਹ ਸਿਮਰਨ ਤਾਈਓ ਕਰਦੇ ਹਾਂ ਵੀ ਤਾਂ ਕਿ ਸਾਡਾ ਜਿਹੜਾ ਮਨ ਹੈ ਇਹ ਵਿਚਾਰਾਂ ਵਿੱਚ ਨਾ ਜਾਵੇ, ਤਾਂ ਕਿ ਅਸੀਂ ਇਹ ਜੀਵਨ ਦੀ ਬਾਜੀ ਨੂੰ ਹਾਰ ਨਾ ਜਾਈਏ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਜੇ ਆਪਾਂ ਜਿੱਤਣਾ ਚਾਹੁੰਦੇ, ਕੋਸ਼ਿਸ਼ ਕਰੀਏ ਵੀ ਕਿਸੇ ਨਾਲ ਵੀ ਸਾਡਾ ਵਿਚਾਰਾਂ ਦਾ ਟਕਰਾਅ ਨਾ ਹੋਵੇ। ਜੇ ਕੋਈ ਆਪਾਂ ਨੂੰ ਮਾੜਾ ਕਹਿੰਦਾ ਵੀ, ਕੋਈ ਨਿੰਦਿਆ ਆਪਣੀ ਕਰਦਾ ਵੀ ਇਹ ਤੇ ਕਰੀ ਜਾਵੇ, ਆਪਾਂ ਨਹੀਂ ਕਿਸੇ ਦੀ ਨਿੰਦਿਆ ਕਰਨੀ, ਆਪਾਂ ਨਹੀਂ ਕਿਸੇ ਨਾਲ ਵਿਚਾਰਾਂ ਦਾ ਟਕਰਾਅ ਕਰਨਾ। ਇਹੋ ਮਹਾਰਾਜ ਆਪਾਂ ਨੂੰ ਸਮਝਾਉਂਦੇ, ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਬਈ ਮਾਲਕ ਆਪ ਹੀ ਬੈਠਾ ਅੰਦਰ, ਉਹ ਆਪ ਹੀ ਸੋਝੀ ਦਿੰਦਾ ਅਤੇ ਆਪ ਹੀ ਉਹ ਬੋਲ ਬੁਲਾਉਂਦਾ। ਜਿੱਦਾਂ ਦੀ ਜੀਵ ਨੂੰ ਅੰਦਰੋਂ ਬੈਠਾ ਉਹ ਮੱਤ ਦਿੰਦਾ, ਉੱਦਾਂ ਦਾ ਜੀਵ ਬੋਲੀ ਜਾਂਦਾ ਹੈ। ਸੋ ਆਪਾਂ ਨੂੰ ਫਿਰ ਸਮਝਾਉਂਦੇ ਵੀ ਹੈ ਤਾਂ ਸਾਰਾ ਕੁਛ ਆਪ ਹੀ ਹੈ, ਵੀ ਆਪੇ ਹੀ ਉਹ ਝਗੜਾ ਚੁਕਾਉਂਦਾ ਅਤੇ ਆਪੇ ਹੀ ਉਹ ਬੋਲ ਬੁਲਾਉਂਦਾ। ਉਹ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਆਪਾਂ ਨਹੀਂ ਬੋਲਣਾ। ਆਪਾਂ ਜਿਹੜਾ ਆਪਦਾ ਸਹਿਜ ਵਾਲਾ ਗੁਣ, ਉਹ ਗੁਣ ਨਹੀਂ ਗਵਾਉਣਾ, ਆਪਦਾ ਆਪਾਂ ਅਭਿਆਸ ਕਰਦੇ ਰਹਿਣਾ। ਉਹ ਦੂਸਰੇ ਦਾ ਕਰਮ ਹੈ। ਜੇ ਕੋਈ ਨਿੰਦਿਆ ਕਰਦਾ ਜਾਂ ਮਾੜਾ ਬੋਲਦਾ, ਉਹ ਜਾਣੇ ਉਹਦਾ ਕਰਮ ਹੈ। ਸੋ ਇਸ ਵਾਸਤੇ ਫਿਰ ਜਦੋਂ ਆਪਾਂ ਇਸ ਤਰੀਕੇ ਦੇ ਨਾਲ ਇਹ ਜੀਵਨ ਦੀ ਜਾਂਚ ਜੋ ਆਪਾਂ ਨੂੰ ਸਤਿਗੁਰਾਂ ਨੇ ਦੱਸੀ ਹੈ, ਇਹਦੇ ਮੁਤਾਬਕ ਚੱਲਾਂਗੇ, ਆਪਦਾ ਸਿਮਰਨ ਅਭਿਆਸ ਕਰਦੇ ਰਹਾਂਗੇ, ਕਿਸੇ ਨਾਲ ਵਿਚਾਰਾਂ ਦਾ ਟਕਰਾਅ ਨਹੀਂ ਕਰਾਂਗੇ, ਅਤੇ ਫਿਰ ਆਪਣੇ ਮਨ ਦਾ ਸੰਤੁਲਨ ਨਹੀਂ ਵਿਗੜੇਗਾ। ਆਪਣਾ ਮਨ ਹੈ ਜਿਹੜਾ ਉਹ ਸਥਿਰ ਹੋ ਜਾਏਗਾ, ਸਹਿਜ ਦੇ ਵਿੱਚ ਆ ਜਾਏਗਾ, ਸਾਡੀ ਅਵਸਥਾ ਇੱਕਸਾਰ ਬਣੀ ਰਹੇਗੀ। ਜੇ ਹੁਣ ਆਪਾਂ ਵਿਚਾਰਾਂ ਦਾ ਟਕਰਾਅ ਕਰਾਂਗੇ, ਫਿਰ ਸਾਡਾ ਮਨ ਸਥਿਰ ਨਹੀਂ ਰਹਿ ਸਕਦਾ। ਫਿਰ ਇਹ ਵਿਚਾਰਾਂ 'ਚ ਜਾਏਗਾ ਅਤੇ ਵਿਚਾਰਾਂ ਦੇ ਵਿੱਚ ਫਿਰ ਕਦੇ ਉੱਪਰ ਆਏਗਾ, ਕਦੇ ਥੱਲੇ ਜਾਏਗਾ। ਇਹ ਜਿਹੜੇ ਵਿਚਾਰ, ਇਹਨਾਂ ਦੇ ਵਿੱਚ ਲਹਿਰਾਂ ਚੱਲਦੀਆਂ ਨੇ। ਜਦੋਂ ਮਨ ਲਹਿਰਾਂ ਦੇ ਵਿੱਚ ਆਉਂਦਾ, ਫਿਰ ਇਹ ਕਦੇ ਡੁੱਬਦਾ ਅਤੇ ਕਦੇ ਉੱਪਰ ਆਉਂਦਾ। ਜਿਵੇਂ ਆਪਾਂ ਦੇਖਦੇ, ਪਾਣੀ ਦੇ ਵਿੱਚ ਕੋਈ ਜੀਵ ਡਿੱਗ ਪਵੇ, ਪਾਣੀ ਡੂੰਘਾ ਹੋਵੇ ਅਤੇ ਉਹਨੂੰ ਤਰਨਾ ਆਉਂਦਾ ਨਾ ਹੋਵੇ, ਕਦੇ ਉਹ ਥੱਲੇ ਜਾਂਦਾ, ਕਦੇ ਉੱਪਰ ਆਉਂਦਾ, ਫਿਰ ਥੱਲੇ ਜਾਂਦਾ।
ਹੁਣ ਜ਼ਿਆਦਾ ਉਹਨੂੰ ਕੋਈ ਕੱਢ ਲਵੇ ਜਾਂ ਉਹ ਤਰਨਾ ਆਉਂਦਾ ਹੋਵੇ ਉਹਨੂੰ ਫਿਰ ਬਾਹਰ ਆ ਸਕਦਾ, ਨਹੀਂ ਤਾਂ ਅਖੀਰ ਨੂੰ ਉਹਦੇ ਵਿੱਚ ਹੀ ਡੁੱਬ ਜਾਣਾ। ਸੋ ਇਸੇ ਤਰ੍ਹਾਂ ਹੀ ਫਿਰ ਇਹ ਲਹਿਰਾਂ ਚੱਲਦੀਆਂ ਇੱਥੇ ਤਰਲੋਕੀ ਦੇ ਵਿੱਚ ਇਹ ਵਿਚਾਰਾਂ ਦੀਆਂ। ਇਹਨੂੰ ਭਵ ਸਾਗਰ ਕਹਿੰਦੇ ਤਾਈਓ। ਇਹਦੇ ਵਿੱਚ ਫਿਰ ਜਦੋਂ ਸਾਡਾ ਮਨ ਆਉਂਦਾ ਲਹਿਰਾਂ ਦੇ, ਇਹਦੇ ਕਦੇ ਉੱਪਰ ਆਉਂਦਾ ਕਦੇ ਥੱਲੇ ਜਾਂਦਾ। ਮਹਾਰਾਜ ਕਹਿੰਦੇ ਕਬੂ ਜੀੜਾ ਉਹ ਚੜ੍ਹਤ ਹੈ ਕਬੂ ਜਾਏ ਪਿਆਲੇ। ਕਦੇ ਤਾਂ ਉੱਪਰ ਆਉਂਦਾ ਸਤੋ ਗੁਣੀ ਹੋ ਜਾਂਦਾ, ਕਦੇ ਥੱਲੇ ਚਲੇ ਜਾਂਦਾ ਪਤਾਲ ਲੋਕ ਨੂੰ ਤਮੋ ਗੁਣੀ ਹੋ ਜਾਂਦਾ। ਸੋ ਇਸ ਤਰ੍ਹਾਂ ਫਿਰ ਜਦੋਂ ਅਸੀਂ ਵਿਚਾਰਾਂ ਦਾ ਟਕਰਾਅ ਕਰਦੇ ਹਾਂ ਫਿਰ ਸਾਡਾ ਮਨ ਸਥਿਰ ਨਹੀਂ ਰਹਿੰਦਾ। ਸੋ ਇਸ ਕਰਕੇ ਫਿਰ ਆਪਾਂ ਨੂੰ ਕਹਿੰਦੇ ਵੀ ਕਿਸੇ ਨਾਲ ਆਪਾਂ ਵਿਚਾਰਾਂ ਦਾ ਟਕਰਾਅ ਨਹੀਂ ਕਰਨਾ। ਜੇ ਆਪਾਂ ਜੀਵਨ ਦੀ ਬਾਜੀ ਨੂੰ ਜਿੱਤਣਾ ਚਾਹੁੰਦੇ ਹਾਂ, ਆਪਾਂ ਉਹਦਾ ਸਿਮਰਨ ਅਭਿਆਸ ਕਰਦੇ ਰਹਿਣਾ। ਜੋ ਕੋਈ ਕਹਿੰਦਾ ਉਹਨੂੰ ਸਤ ਵਚਨ ਕਹਿ ਦਿਓ ਵੀ ਠੀਕ ਆ ਜੀ, ਜੋ ਮੈਂ ਤੁਸੀਂ ਕਹਿੰਦੇ ਉਵੇਂ ਹੀ ਠੀਕ ਹੈ। ਫਿਰ ਸਾਡਾ ਵਿਚਾਰਾਂ ਦਾ ਟਕਰਾਅ ਹੋਏਗਾ। ਜਦੋਂ ਇੱਕ ਜੀਵ ਕੁਛ ਹੋਰ ਕਹਿੰਦਾ ਅਸੀਂ ਉਦੋਂ ਉਲਟ ਕਹਿੰਦੇ ਹਾਂ ਵੀ ਨਹੀਂ ਇੱਦਾਂ ਨਹੀਂ ਇੱਦਾਂ, ਉਦੋਂ ਫਿਰ ਵਿਚਾਰਾਂ ਦਾ ਟਕਰਾਅ ਹੁੰਦਾ। ਉਹ ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰਾਂ ਨੇ ਇਹ ਜੀਵਨ ਦੀ ਜਾਚ ਸਿਖਾਈ ਵੀ ਜਦੋਂ ਆਪਾਂ ਸਿਮਰਨ ਅਭਿਆਸ ਕਰਾਂਗੇ, ਨਾਲ ਨਾਲ ਇਹ ਸ਼ਬਦ ਦਾ ਰੱਖਿਆ ਚੱਕਰ ਬਣਾ ਕੇ ਨਾਲ ਨਾਲ ਮਨ ਨੂੰ ਗਿਆਨ ਦੀ ਮੱਤ, ਗੁਰੂ ਦੀ ਮੱਤ ਦੇਵਾਂਗੇ, ਇਹਦੇ ਸਾਡਾ ਮਨ ਹੈ ਜਿਹੜਾ ਭਰਮ 'ਚ ਨਹੀਂ ਜਾਏਗਾ। ਇਸ ਵਾਸਤੇ ਫਿਰ ਕਹਿੰਦੇ ਭਰਮ 'ਚ ਉਦੋਂ ਹੀ ਜਾਂਦਾ ਹੈ ਜਦੋਂ ਇਹ ਸਿਮਰਨ ਛੱਡ ਦਿੰਦਾ, ਮਾਲਕ ਨੂੰ ਭੁੱਲ ਜਾਂਦਾ ਹੈ। ਮਹਾਰਾਜ ਕਹਿੰਦੇ ਭੁੱਲੋ ਮਨ ਮਾਇਆ ਘਰ ਜਾਈ, ਵੀ ਜਦੋਂ ਭੁੱਲਦਾ ਫੇਰ ਹੀ ਮਾਇਆ ਦੇ ਘਰ ਜਾ ਕੇ ਸੌਂ ਜਾਂਦਾ। ਜੇ ਹੁਣ ਭੁੱਲੇ ਨਾ ਤੇ ਫਿਰ ਇਹ ਸੌਂਦਾ ਨਹੀਂ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਾਗਤ ਅਵਸਥਾ 'ਚ ਰਹਿਣਾ, ਭੁੱਲਣਾ ਨਹੀਂ, ਗਾਫਲ ਨਹੀਂ ਹੋਣਾ। ਮਨ ਨੂੰ ਕਹਿੰਦੇ ਅਬ ਮਨ ਜਾਗਤ ਰਹੋ ਰੇ ਭਾਈ, ਗਾਫਲ ਹੋਏ ਕੇ ਜਨਮ ਗਵਾਇਓ ਚੋਰ ਮੁਗਸੇ ਕਰ ਜਾਈ। ਵੀ ਜੇ ਤੂੰ ਗਾਫਲ ਹੋ ਗਿਆ ਤੇ ਚੋਰ ਤਾਂ ਬੈਠੇ ਹੀ ਨੇ ਲੁੱਟਣ ਵਾਸਤੇ। ਇਹਨਾਂ ਨੇ ਤਾਂ ਫਿਰ ਆਪਦਾ ਖੇਲ ਜਿਹੜਾ ਇਹਨਾਂ ਨੇ ਤਾਂ ਦੁਬਦਾ ਪਾਈ ਦੇਣੀ ਹੈ, ਇਹਨਾਂ ਨੇ ਤਾਂ ਸਾਡਾ ਝਗੜਾ ਕਰਾ ਹੀ ਦੇਣਾ। ਸੋ ਜੇ ਅਸੀਂ ਜਾਗਦੇ ਹੋਵਾਂਗੇ ਫਿਰ ਨਹੀਂ ਇਹ ਕਰ ਸਕਦੇ। ਇਸ ਵਾਸਤੇ ਹੁਣ ਜਾਗਣ ਲਈ ਇਹ ਆਪਾਂ ਨੂੰ ਸਿਮਰਨ ਕਰਨਾ ਪੈਂਦਾ ਹੈ। ਆਓ ਹੁਣ ਕਿਵੇਂ ਸਾਡੇ ਮਨ ਨੇ ਜਾਗਤ ਅਵਸਥਾ 'ਚ ਰਹਿਣਾ, ਉਹਦੇ ਵਾਸਤੇ ਜੋ ਮਹਾਰਾਜ ਆਪਾਂ ਨੂੰ ਇਹ ਸਾਸਕ ਰਸ ਸਿਮਰਨ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖੋ ਜਦੋਂ ਆਪਾਂ ਇਹ ਅਭਿਆਸ ਕਰਦੇ ਨਾਲ ਨਾਲ ਫਿਰ ਆਪਾਂ ਮਨ ਨੂੰ ਗਿਆਨ ਗੁਰੂ ਦੀ ਮੱਤ ਦੇਣੀ, ਕਿਉਂਕਿ ਇਹ ਜਿਹੜੇ ਪੰਜ ਨੇ ਜਿਨ੍ਹਾਂ ਦੇ ਨਾਲ ਆਪਣਾ ਮਨ ਇੱਥੇ ਖੇਲਣ ਵਾਸਤੇ ਆਉਂਦਾ ਹੈ। ਹੁਣ ਇਹ ਨਹੀਂ ਚਾਹੁੰਦੇ ਵੀ ਮਨ ਹੈ ਜਿਹੜਾ ਇੱਥੋਂ ਘਰ ਵਾਪਸ ਜਾਵੇ, ਇਹ ਕੋਸ਼ਿਸ਼ ਕਰਦੇ ਵੀ ਸਾਡੇ ਨਾਲ ਹੀ ਖੇਡੀ ਜਾਣ ਇੱਧਰ, ਵਾਰ ਵਾਰ ਫਿਰ ਸਾਡੇ ਮਨ ਨੂੰ ਮੋੜ ਲਿਆਉਂਦੇ ਵੀ ਜਾ ਕੇ ਘਰ ਦਾ ਸੁੱਖ ਨਾ ਲੈ ਲੈਣ, ਉੱਥੇ ਜਾ ਕੇ ਘਰੇ ਨਾ ਬੈਠ ਜਾਣ, ਇੱਧਰ ਹੀ ਸਾਡੇ ਨਾਲ ਹੀ ਖੇਡੀ ਚੱਲਣ, ਇੱਧਰ ਹੀ ਇਹ ਲੱਗੇ ਰਹਿਣ। ਫਿਰ ਆਪਾਂ ਨੂੰ ਉੱਥੇ ਗਿਆਨ ਦੀ ਲੋੜ ਪੈਂਦੀ ਹੈ। ਫਿਰ ਇਹ ਗਿਆਨ ਦਾ ਗੋਲਾ ਜਦੋਂ ਆਪਾਂ ਛੱਡਦੇ ਹਾਂ ਤੇ ਫਿਰ ਇਹ ਪਾਸੇ ਹਟ ਜਾਂਦੇ ਨੇ।
ਜਿਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੋਲਾ ਗਿਆਨ ਚਲਾਇਆ, ਵਿਗਿਆਨ ਦਾ ਗੋਲਾ ਜਦੋਂ ਛੱਡੀ ਤਾਂ ਫਿਰ ਇਹ ਪਾਸੇ ਹਟ ਜਾਂਦੇ, ਫਿਰ ਇਹਨਾਂ ਨੂੰ ਪਤਾ ਲੱਗ ਜਾਂਦਾ, ਅਤੇ ਫਿਰ ਆਪਾਂ ਉਹ ਗੋਲਾ ਛੱਡ ਕੇ ਫਿਰ ਆਪਾਂ ਆਪਦੇ ਘਰ ਜਾ ਸਕਦੇ ਹਾਂ। ਨਹੀਂ ਤਾਂ ਫਿਰ ਇਹ ਚਾਹੁੰਦੇ ਵੀ ਸਾਡੇ ਨਾਲ ਹੀ ਖੇਡੀ ਚੱਲਣ, ਇੱਧਰ ਹੀ ਲੱਗੇ ਰਹਿਣ, ਘਰੇ ਨਾ ਵਾਪਸ ਚਲੇ ਜਾਣ। ਸੋ ਇਸ ਵਾਸਤੇ ਹੁਣ ਆਪਾਂ ਇਹਨਾਂ ਦਾ ਖੇਲ ਨੂੰ ਸਮਝਣਾ, ਕੋਸ਼ਿਸ਼ ਕਰਨੀ ਵੀ ਜਿਉਂ ਹੀ ਆਪਾਂ ਇਸ ਲੋਕ ਵਿੱਚ ਆਉਂਦੇ ਖੇਡਣ ਵਾਸਤੇ, ਸਭ ਤੋਂ ਪਹਿਲਾਂ ਉੱਠਣ ਸਾਰ ਹੀ ਸਿਮਰਨ ਸ਼ੁਰੂ ਕਰ ਦੇਣਾ, ਕਿਉਂਕਿ ਇਹਨਾਂ ਨੇ ਪਾਉਣ ਦਾ ਸੰਤੁਲਨ ਵਿਗਾੜਿਆ ਹੁੰਦਾ। ਜਦੋਂ ਆਪਾਂ ਸਿਮਰਨ ਸ਼ੁਰੂ ਕਰ ਦਾਂਗੇ ਉੱਠਣ ਸਾਰ ਹੀ, ਅਤੇ ਪਾਉਣ ਸਮ ਹੋ ਜਾਏਗੀ। ਜਦੋਂ ਦੋਵਾਂ 'ਚ ਸਮ ਹੋ ਜਾਏਗੀ ਆਪਾਂ ਸਤੋ ਗੁਣੀ ਹੋ ਜਾਂਦੇ। ਫਿਰ ਆਪਣੇ ਅੰਦਰ ਦਇਆ, ਨਰਮਤਾਈ, ਸਹਿਣਸ਼ੀਲਤਾ, ਸਬਰ, ਸੰਤੋਖ ਆ ਜਾਣਗੇ। ਫਿਰ ਆਪਾਂ ਨਾਲ ਨਾਲ ਸਿਮਰਨ ਕਰਦੇ ਜਦੋਂ ਇਹ ਸਤੋ ਗੁਣ ਦਾ ਸਾਥ ਲੈ ਕੇ ਚੱਲਾਂਗੇ, ਇਹਨੂੰ ਸੰਤ ਮਾਰਗ ਕਹਿੰਦੇ। ਫਿਰ ਜਦੋਂ ਆਪਾਂ ਇਹ ਸੰਤ ਮਾਰਗ 'ਤੇ ਚੱਲਾਂਗੇ ਫਿਰ ਅਸੀਂ ਇੱਥੋਂ ਵਾਪਸ ਆਪਦੇ ਘਰ ਨੂੰ, ਆਪਦੇ ਦੇਸ਼ ਨੂੰ ਜਾ ਸਕਦੇ ਹਾਂ। ਸੋ ਇਸ ਵਾਸਤੇ ਫਿਰ ਇਹ ਆਪਾਂ ਸਿਮਰਨ ਕਰਦੇ ਰਹਿਣਾ, ਅਤੇ ਕੋਸ਼ਿਸ਼ ਕਰਨੀ ਕਿਸੇ ਨਾਲ ਵਿਚਾਰਾਂ ਦਾ ਟਕਰਾਅ ਨਾ ਕਰੀਏ, ਕਿਉਂਕਿ ਸਾਹਮਣੇ ਟਕਰਾਅ ਉਹੀਓ ਕਰਦਾ ਉਹਦੇ ਅੰਦਰ ਪੰਜ ਬੈਠੇ, ਉਹਦੇ ਅੰਦਰ ਫਿਰ ਬੈਠ ਕੇ ਬੋਲਦੇ ਵੀ ਇਹ ਸਾਡੇ ਨਾਲ ਹੀ ਲੱਗੇ ਰਹਿਣ ਖੇਡਣ ਵਾਸਤੇ, ਵੀ ਜਦੋਂ ਅਸੀਂ ਬੋਲੀਏ ਵੀ ਬੋਲਣ ਕੁਛ, ਵੀ ਅਸੀਂ ਮਾੜਾ ਬੋਲਦੇ ਹਾਂ ਅਤੇ ਅੱਗਿਓਂ ਵੀ ਮਾੜਾ ਬੋਲਣ, ਫਿਰ ਇਹ ਖੇਲ ਚੱਲਦਾ ਇਹਨਾਂ ਦਾ। ਜੇ ਹੁਣ ਆਪਾਂ ਇਹ ਸਮਝ ਲਿਆ ਵੀ ਉਹ ਦੂਸਰੇ ਦੇ ਅੰਦਰ ਬੈਠੇ ਹੀ ਬੋਲਦੇ, ਅਤੇ ਆਪਾਂ ਆਪਦਾ ਸਹਿ 'ਚ ਰਹਿਣਾ, ਆਪਦਾ ਸਿਮਰਨ ਕਰਦੇ ਰਹਿਣਾ, ਫਿਰ ਇਹ ਬੋਲ ਕੇ ਆਪੇ ਹਟ ਜਾਂਦੇ। ਜੇ ਆਪਾਂ ਵੀ ਅੱਗਿਓਂ ਬੋਲਣਾ ਸ਼ੁਰੂ ਕਰ ਦਿੱਤਾ ਤਾਂ ਇਹਨਾਂ ਦਾ ਖੇਲ ਸ਼ੁਰੂ ਹੋ ਗਿਆ, ਫਿਰ ਇਹਨਾਂ ਨੇ ਲੜਨਾ ਸ਼ੁਰੂ ਕਰ ਦੇਣਾ। ਜਿਵੇਂ ਇੱਕ ਪਾਸਿਓਂ ਕ੍ਰੋਧ ਬੋਲਿਆ, ਆਪਣੇ ਅੰਦਰ ਵੀ ਕ੍ਰੋਧ ਉੱਠਿਆ, ਉਹ ਵੀ ਬੋਲਣਾ ਸ਼ੁਰੂ ਕਰਤਾ, ਕ੍ਰੋਧ ਆਪਸ ਵਿੱਚ ਲੜ ਪੈਣਗੇ। ਫਿਰ ਇਹੀਓ ਲੜੀ ਜਾਂਦੇ ਆਪਸ ਵਿੱਚ, ਫਿਰ ਇਹੀਓ ਵਿੱਚ ਕਹਿ ਦਿੰਦੇ ਵੀ ਆਓ ਤੁਹਾਡਾ ਬਿਠਾ ਕੇ ਸੁਲ੍ਹਾ ਸਫਾਈ ਕਰਾ ਦਿੰਦੇ। ਫਿਰ ਸਾਰਾ ਇਹਨਾਂ ਦਾ ਹੀ ਖੇਲ ਚੱਲਦਾ ਹੈ, ਮਨ ਸੌਂ ਜਾਂਦਾ ਹੈ, ਇਹੀਓ ਲੜੀ ਜਾਂਦੇ, ਇਹੀਓ ਵਿੱਚ ਰਾਜੀਨਾਮਾ ਕਰਾਈ ਜਾਂਦੇ, ਫਿਰ ਸਾਰਾ ਇਹਨਾਂ ਦਾ ਹੀ ਖੇਲ ਚੱਲਦਾ ਹੈ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜੇ ਅਸੀਂ ਇਹ ਜੀਵਨ ਦੀ ਜਾਂਚ ਸਿੱਖੀ ਹੋਏਗੀ, ਫਿਰ ਆਪਣਾ ਜਿਹੜਾ ਜੀਵਨ ਉਹ ਬੜਾ ਸੌਖਾ ਹੋ ਜਾਂਦਾ ਹੈ। ਸੋ ਇਸ ਲਈ ਕੋਸ਼ਿਸ਼ ਕਰਨੀ ਵੱਧ ਤੋਂ ਵੱਧ ਹੀ ਆਪਾਂ ਸਿਮਰਨ ਕਰਨਾ। ਜਦੋਂ ਆਪਾਂ ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਇਹੋ ਆਪਾਂ ਨੂੰ ਖੇਲ ਵਾਰ ਸਮਝਾਇਆ ਗਿਆ, ਅਤੇ ਵੱਧ ਤੋਂ ਵੱਧ ਹੀ ਆਪਾਂ ਸੰਗਤ ਕਰਨੀ। ਇਹ ਜੋ ਸਾਰਾ ਭੇਤ ਗੁਰਬਾਣੀ ਗੁਰੂ ਦੁਆਰਾ ਦਿੱਤਾ ਆਪਾਂ ਨੂੰ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਵਾਲਾ, ਵੀ ਜੋ ਇਹ ਖੇਲ ਚੱਲਦੇ ਆ, ਕਿਵੇਂ ਇਹ ਖੇਲ ਆਪਾਂ ਹਾਰਦੇ ਹਾਂ ਦੁਵਿਧਾ 'ਚ ਪੈ ਕੇ, ਅਤੇ ਕਿਵੇਂ ਹੁਣ ਆਪਾਂ ਗੁਰੂ ਦੀ ਮੱਤ ਲੈ ਕੇ ਇਸ ਸਿਮਰਨ ਅਭਿਆਸ ਕਰਕੇ ਇਸ ਖੇਲ ਨੂੰ ਜਿੱਤ ਸਕਦੇ ਹਾਂ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।